वाहिगुरु जी का खालसा वाहिगुरु जी की फतेह। गुरु दर ते हाजर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वड्याइयां दे मालिक गुरु हरकृष्ण साहब महाराज जी दे पवित्र चरण छोह प्राप्त इतिहासक अस्थान गुरुद्वारा बंगला साहब जी की यात्रा करते हैं। जुगो जुग अटल छतर चवर तखत दे मालक धन धन श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। सतगुरु सारियां दी यात्रा सफल करन। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो, रसना पवित्र कर दे एक बार, सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारण आए श्री गुरु नानक देव महाराज जी का है। प्रसंग है सतगुरु जी का मक्के जाना। मक्के तो बाद फिर भाई मरदाना जी कहन लगे, बाबा जिथे मक्के दे इस अस्थान ते आप जी ने लैके आंदा है, जिथे मक्का वखाया है, उत्थे हजरत मुहम्मद साहब दी जिथे गोर है कबर है, मैनू वो भी विखाओ। पता नहीं मुड़ जीवन विच कदे आना होवेगा नहीं होवेगा। सतगुरां ने दसिया भी मरदानिया 12 दिन का सफ़र है, भाव जे तुर के जाइए तो 12 दिन लगणगे। डिस्टेंस नूं मनुख ने मीलों विच किलोमीटरां विच कोसां विच भी मापिया है, पर इसनूं टाइम दे विच भी मापिया है। कि केड़ी दूरी कितनी है। अज कोई इंडिया तो पूछ लवे भी इंग्लैंड कितनी दूर है, आप कहने जी 8 घंटे की फ्लाइट है। मेरा ख्याल नहीं कदे किसी ने पूछा भी किलोमीटर किन्ने है, मील किन्ने है। तो सतगुरु जी ने दसिया कि 12 दिन का सफ़र है। कहन लगा, बाबा तुहाडे वास्ते की औखा है, तुसी आए ही कल दा उधार करन वास्ते हो। फिर सतगुरु मदीने गए। पहला भाई मरदाने नूं घल्लिया, वो जदों अंदर हजरत मुहम्मद साहब की गोर कबर वेख के वापस मुड़िया तो सतगुरु खुद खड़ावा पा के फिर अंदर गए।
ਉੱਥੇ ਫਿਰ ਕਰਾਮਾਤ ਵਰਤਦੀ ਹੈ ਕਿ ਜਿਹੜੇ ਕਾਜੀ ਮੁਲਾਣੇ ਪੀਰ ਸੀ, ਪਹਿਲਾਂ ਤੇ ਉਹਨਾਂ ਨੇ ਇਤਰਾਜ਼ ਕੀਤਾ ਵੀ ਤੂੰ ਕੌਣ ਹੈ, ਨਾ ਤੈਨੂੰ ਹਜ਼ਰਤ ਮੁਹੰਮਦ ਸਾਹਿਬ ਦਾ ਅਦਬ ਆਉਂਦਾ ਹੈ, ਨਾ ਹੀ ਤੁਹਾਨੂੰ ਯਾਤਰਾ ਦੀ ਮਰਿਆਦਾ ਪਤਾ ਹੈ, ਇਹ ਨਹੀਂ ਪਤਾ ਯਾਰਤ ਕਿਵੇਂ ਕਰੀਦੀ ਹੈ। ਕੋਈ ਖੜਾਵਾਂ ਪਾ ਕੇ ਵੀ ਅੰਦਰ ਆਉਂਦਾ ਹੈ, ਪਰ ਜਦੋਂ ਉੱਥੇ ਕਰਾਮਾਤ ਵਰਤਦੀ ਹੈ ਤਾਂ ਉਹ ਸਾਰੇ ਜਿਹੜੇ ਨੇ ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕਰਦੇ ਨੇ। ਮੁੱਲਾ ਸਰਬ ਬਲੋਕ ਕੈ ਬਿਸਮਾਨੇ ਮਨ ਮਾਹੇ, ਤਨ ਖੁਦਾਏ ਸਮਝਾਣ ਕੈ ਨਿਵੇਂ ਚਰਨ ਚਿਤ ਚਾਹੇ। ਅਦਕ ਮੁਹੰਮਦ ਸਭਨ ਤੇ ਹਮ ਉੱਤਮ ਹੈ ਤਾਹੇ, ਗੁਰ ਨਿਵੀ ਤੈ ਅਗਰ ਜੇ ਹਮ ਕਿਉਂ ਨਿਵੇਂ ਸੋ ਨਾਹੇ। ਫਿਰ ਉਹਨਾਂ ਨੇ ਸਤਿਗੁਰੂ ਜੀ ਦਾ ਬੜਾ ਸਨਮਾਨ ਕੀਤਾ। ਇੱਥੋਂ ਅੱਜ ਦੀ ਕਥਾ ਆਰੰਭ ਹੈ। ਆਪ ਜੀ ਬੜੇ ਪਿਆਰ ਦੇ ਨਾਲ ਸਰਵਣ ਕਰੋ। ਹਾਂਜੀ। ਆਦਰ ਕਰ ਬਹੁ ਭਾਂਤ ਸੋ ਆਸਨ ਉੱਚ ਬਸਾਏ। ਉਹਨਾਂ ਨੇ ਸਤਿਗੁਰੂ ਜੀ ਨੂੰ ਇੱਕ ਉੱਚੇ ਆਸਨ ਤੇ ਬਿਠਾਇਆ, ਇੱਕ ਉੱਚਾ ਮਸਨਦ ਬਣਾ ਕੇ, ਗੱਦੀ ਬਣਾ ਕੇ ਬਿਠਾਉਣਾ ਕੀਤਾ। ਇਹ ਕਿਸੇ ਨੂੰ ਵੀ ਅਗਰ ਤੁਸੀਂ ਆਪਣੇ ਜੀਵਨ ਵਿੱਚ ਬੈਠਣ ਲਈ ਅਦਬ ਸਨਮਾਨ ਦਿਓਗੇ ਤਾਂ ਉਹਦਾ ਇਹੀ ਤਰੀਕਾ ਹੈ ਕਿ ਉਹਨੂੰ ਕਿਸੇ ਉੱਚੀ ਥਾਂ ਤੇ ਬਿਠਾਇਆ ਜਾਏ। ਸਤਿਗੁਰੂ ਜੀ ਨੂੰ ਵੀ ਉਹਨਾਂ ਨੇ ਬਿਠਾਇਆ ਹੈ। ਹਾਂਜੀ। ਬੋਲੇ ਦ્વੈ ਕਰ ਬੰਦ ਕੈ ਨਿਜ ਉਪਦੇਸ਼ ਬਤਾਏ। ਫਿਰ ਉਹ ਦੋਵੇਂ ਹੱਥ ਜੋੜ ਕੇ ਕਹਿੰਦੇ ਨੇ, ਕਹਿੰਦੇ ਜੀ ਉਪਦੇਸ਼ ਦਿਓ। ਮੈਂ ਕੱਲ ਇੱਥੇ ਕਥਾ ਨੂੰ ਰੋਕਿਆ ਸੀ ਕਿ ਇਹ ਪਤਾ ਨਹੀਂ ਸਾਡੇ 'ਚ ਗੱਲ ਕਿੱਥੋਂ ਕਿਵੇਂ ਆ ਗਈ ਹੈ। ਅਸੀਂ ਕਦੇ ਨਹੀਂ ਗੁਰਦੁਆਰੇ ਆ ਕੇ ਕਹਿੰਦੇ ਮਹਾਰਾਜ ਮਤ ਦਿਓ, ਉਪਦੇਸ਼ ਦਿਓ, ਗਿਆਨ ਦਿਓ, ਸਮਝ ਦਿਓ, ਸੋਝੀ ਦਿਓ। ਬਸ ਇਹੋ ਹੀ ਕਹਿੰਦੇ ਘਰ ਦੇ ਦਿਓ, ਕੋਠੀ ਦੇ ਦਿਓ, ਕਾਰ ਦੇ ਦਿਓ। ਪੁੱਛੋ ਵੀ ਚਲਾਉਣੀ ਆਉਂਦੀ ਹੈ? ਉਹਨਾਂ ਨਾ ਹੋਵੇ ਸ਼ਰਾਬ ਪੀ ਕੇ ਚਲਾਉਂਦਾ ਕਿਸੇ ਟਰੱਕ ਥੱਲੇ ਵਾੜ ਦੇਵੇ। ਕੋਠੀ ਦੇ ਦਿਓ, ਪੁੱਛੋ ਵੀ ਰਹਿਣਾ ਆਉਂਦਾ ਤੈਨੂੰ? ਉਹ ਨਾ ਹੋਵੇ ਕੁਝ ਸਮੇਂ ਬਾਅਦ ਉਸੇ ਕੋਠੀ ਦੇ ਪੱਖੇ ਨਾਲ ਲਟਕਿਆ ਹੋਵੇ, ਉਹਦੇ ਨਾਲੋਂ ਤਾਂ ਝੁੱਗੀ ਚੰਗੀ ਹੈ। ਅਸੀਂ ਇਹ ਨਹੀਂ ਕਹਿੰਦੇ ਵੀ ਮਹਾਰਾਜ ਕੋਠੀ 'ਚ ਰਹਿਣਾ ਸਿਖਾਓ। ਦੇਖੋ ਕਥਾ ਅਸੀਂ ਬੜੀਆਂ ਸੁਣਦੇ ਹਾਂ ਕਿ ਇੱਕ ਅੰਧੀ ਮਾਈ ਸੀ ਤੇ ਉਹਨੇ ਜਦੋਂ ਮੰਗਿਆ ਤੇ ਕਹਿਣ ਲੱਗੀ ਜੀ ਮੈਂ ਚਾਹੁੰਦੀ ਹਾਂ ਕਿ ਸੋਨੇ ਦੀ ਮਧਾਣੀ ਹੋਵੇ ਤੇ ਦੁੱਧ ਰਿੜਕਦੀ ਹੋਵਾਂ। ਵੇਖੋ ਅੰਨੀ ਮਾਈ ਜਿਹਦੇ ਘਰ ਵਿੱਚ ਕੁਝ ਨਹੀਂ ਹੈ, ਉਹ ਕਹਿੰਦੀ ਵੀ ਸੋਨੇ ਦੀ ਮਧਾਣੀ ਹੋਵੇ, ਦੁੱਧ ਰਿੜਕਦੀ ਹੋਵਾਂ ਤੇ ਵਿਹੜੇ ਦੇ ਵਿੱਚ ਪੋਤਰੇ ਨੂੰ ਖੇਡਦਿਆਂ ਵੇਖਾਂ। ਅੰਨੀ ਮਾਈ ਜਿਹਦੇ ਘਰ ਪੁੱਤਰ ਵੀ ਨਹੀਂ ਹੈ, ਜਿਹਦੇ ਘਰ ਵਿੱਚ ਕੋਈ ਰਿਜ਼ਕ ਵੀ ਨਹੀਂ ਹੈ, ਤੇ ਮੰਗ ਉਹਨੇ ਸਾਰਾ ਕੁਝ ਹੀ ਲਿਆ। ਮੰਗਣਾ ਮਾੜਾ ਨਹੀਂ ਹੈ। ਬਾਰਕ ਵਾਂਗੀ ਹੋ ਸਭ ਕਿਛ ਮੰਗਾ। ਮੰਗੋ, ਬੱਚਿਆਂ ਵਾਂਗੂ ਸਾਰੀਆਂ ਚੀਜ਼ਾਂ ਮੰਗ ਲਓ। ਬੱਚੇ ਵੀ ਤੇ ਮੰਗੀ ਜਾਂਦੇ ਨੇ। ਤੁਸੀਂ ਘਰ ਆਉਂਦੇ ਹੋ, ਛੋਟਾ ਜਿਹਾ ਬੱਚਾ ਕਹਿੰਦਾ ਪਾਪਾ ਕਾਰ ਦੀ ਚਾਬੀ ਦੇ ਦਿਓ, ਦੇ ਦਿਓ, ਕੰਧ 'ਚ ਮਾਰੇਗਾ, ਹੋਰ ਕੀ ਕਰੇਗਾ? ਤੀਲਾਂ ਵਾਲੀ ਡੱਬੀ ਦੇ ਦਿਓ, ਘਰ ਨੂੰ ਅੱਗ ਲਾ ਕੇ ਸਾੜੇਗਾ, ਚਾਹ ਤੇ ਬਣਾਏਗਾ ਨਹੀਂ। ਸਾਨੂੰ ਨਹੀਂ ਗੱਲ ਸਮਝ ਆ ਰਹੀ। ਤੁਸੀਂ ਸਕੂਲ ਬੱਚੇ ਭੇਜੇ ਨੇ, ਕਾਲਜ ਭੇਜੇ, ਯੂਨੀਵਰਸਿਟੀਆਂ ਵਿੱਚ ਭੇਜੇ, ਤੁਸੀਂ ਕਿਹਾ ਮਾਸਟਰਾਂ ਨੂੰ ਵੀ ਸਾਡੇ ਬੱਚੇ ਨੂੰ ਕੋਠੀਆਂ ਕਾਰਾਂ ਦੇ ਦਿਓ। ਜਦੋਂ ਪੜ੍ਹ ਜਾਣਗੇ ਇਹ ਤਾਂ ਮਗਰ ਮਗਰ ਤੁਰੀਆਂ ਫਿਰਨਗੀਆਂ। ਸੁਣਦੇ ਆ ਅਸੀਂ ਕਿ 21 ਕੁੱਲਾਂ ਦਾ ਉਧਾਰ ਹੁੰਦਾ ਹੈ ਜੇ ਕੋਈ ਕੁੱਲ ਵਿੱਚ ਭਗਤ ਪੈਦਾ ਹੋ ਜਾਏ, ਤੇ ਜਿਸ ਕੁੱਲ ਵਿੱਚ IAS IPS ਪੈਦਾ ਹੋ ਜਾਣ
ਦੋ ਚਾਰ ਕੁੱਲਾਂ ਦਾ ਤੇ ਉਹਨਾਂ ਦਾ ਵੀ ਦੁਨੀਆਦਾਰੀ ਦੇ ਤੌਰ ਤੇ ਉਧਾਰ ਹੋ ਜਾਂਦਾ। ਇੱਕ ਬੱਚਾ IAS ਬਣਿਆ, ਉਹ ਅਫੀਸਰ ਦੀ ਪਦਵੀ ਤੇ ਬੈਠਾ, ਨਾਨਕੇ ਦਾਦਕੇ ਸਹੁਰੇ ਕੁੜਮ ਕਈ ਪਰਿਵਾਰਾਂ ਨੂੰ ਅੱਗੇ ਲੈ ਜਾਂਦਾ ਹੈ। ਇੱਕ ਬੱਚਾ, ਪਰ ਉਹਨੇ ਮੰਗਿਆ ਕਿ ਸਕੂਲ ਜਾ ਕੇ ਕੀ ਮੰਗਿਆ, ਕਾਲਜ ਜਾ ਕੇ ਕੀ ਮੰਗਿਆ, ਯੂਨੀਵਰਸਿਟੀ ਜਾ ਕੇ ਕੀ ਮੰਗਿਆ। ਔਰ ਜਿੱਦਣ ਉਹ IAS ਆਫੀਸਰ ਬਣ ਗਿਆ, ਕੁਛ ਟਾਈਮ ਤੋਂ ਬਾਅਦ ਉਹਨੂੰ ਉਹਦੀ ਵਾਈਫ ਨੂੰ ਵੀ ਗੱਡੀ ਮਿਲ ਜਾਂਦੀ ਹੈ, ਟੈਲੀਫੋਨ, ਨੌਕਰ, ਰਸੋਈਏ ਸਭ ਫ੍ਰੀ ਮਿਲ ਜਾਂਦੇ ਨੇ। ਪੂਰੀ ਲਾਈਫ ਬਦਲ ਜਾਂਦੀ ਹੈ ਮਨੁੱਖ ਦੀ। ਇੱਕ ਅਸੀਂ ਹਾਂ ਜਿਹੜੇ ਗੁਰਦੁਆਰੇ ਆ ਕੇ ਕਦੇ ਨਹੀਂ ਕਹਿੰਦੇ ਮਹਾਰਾਜ ਆਪਣੀ ਬਾਣੀ ਦਿਓ, ਆਪਣਾ ਸਿਮਰਨ ਦਿਓ, ਆਪਣੀ ਭਗਤੀ ਦਿਓ, ਹੋਰ ਨਹੀਂ ਤੇ ਆਪਣੀ ਅਕਲ ਹੀ ਦਿਓ, ਗੱਡੀ ਦੇ ਦਿਓ, ਚਲਾਉਣੀ ਸ਼ਰਾਬ ਪੀ ਕੇ ਹੈ, ਕੋਠੀ ਦੇ ਦਿਓ, ਲੜਨਾ ਸੀ ਦੋਵਾਂ ਜੀਆਂ ਨੇ ਤੇ ਕੋਠੀ ਕੀ ਕਰਨੀ ਹੈ। ਝੁੱਗੀ 'ਚ ਲੜੋਗੇ, ਬਾਹਰ ਆਵਾਜ਼ ਜਾਏਗੀ, ਕੋਈ ਗੁਆਂਢੀ ਛਡਾ ਦੇਗਾ, ਕੋਠੀ 'ਚ ਕੌਣ ਛਡਾਏਗਾ ਤੁਹਾਨੂੰ ਲੜਦਿਆਂ ਨੂੰ। ਇਹਦਾ ਅਰਥ ਇਹ ਨਹੀਂ ਵੀ ਕੋਠੀ ਮੰਗਣੀ ਨਹੀਂ ਚਾਹੀਦੀ, ਮੰਗਣੀ ਵੀ ਲੈ ਲਓ, ਪਰ ਇਹ ਵੀ ਕਹੋ ਮਹਾਰਾਜ ਰਹਿਣਾ ਵੀ ਦੱਸਿਓ ਜੀ ਵੀ ਇਹਦੇ 'ਚ ਰਹੀਦਾ ਕਿਵੇਂ ਹੈ। ਕਾਰ ਵੀ ਦਿਆ ਜੇ ਤੇ ਚਲਾਉਣ ਦੀ ਤੌਫੀਕ ਵੀ ਦਿਆ ਜੇ। ਇਹ ਨਾ ਹੋਵੇ ਵੀ ਗਲੀ 'ਚ ਪਾਣੀ ਹੋਵੇ ਤੇ ਭਜਾ ਭਜਾ ਕੇ ਗੁਆਂਢੀਆਂ ਤੇ ਚਿੱਕੜ ਪਾਈ ਜਾਵਾਂ ਮੈਂ। ਇੰਨੀ ਕੁ ਤੌਫੀਕ ਵੀ ਦਿਆ ਜੇ ਮੈਨੂੰ ਕਿ ਜੇ ਗਰੀਬ ਦੀ ਝੁੱਗੀ ਕੋਲੋਂ ਕਾਰ ਲੈ ਕੇ ਲੰਘਣਾ ਹੈ ਤੇ ਕਿਵੇਂ ਲੰਘਣਾ ਹੈ। ਸਾਡੀ ਗਲਤੀ ਇਹ ਹੈ, ਸਾਰੀ ਗੁਰਬਾਣੀ ਪੜ੍ਹੋ, ਆਹ ਜਿਹੜਾ ਵਰਤਾਰਾ ਹੈ ਇਹ ਕਿਤੇ ਨਹੀਂ ਤੁਹਾਨੂੰ ਮਿਲੇਗਾ। ਆਹ ਮੰਗ ਲਓ ਜੀ, ਆਹ ਮੰਗ ਲਓ ਜੀ, ਉਹ ਮੰਗ ਲਓ ਜੀ, ਆਹ ਮੰਗ ਲਓ ਜੀ। ਗੁਰਬਾਣੀ ਬਾਰ-ਬਾਰ ਕਹਿੰਦੀ ਹੈ ਕਿ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ। ਜੇ ਗੁਰੂ ਕੋਲੋਂ ਮੰਗਣਾ ਹੈ ਤੇ ਗੁਰੂ ਤੋਂ ਉਪਦੇਸ਼ ਮੰਗੋ, ਗੁਰੂ ਤੋਂ ਗਿਆਨ ਮੰਗੋ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਗੁਰੂ ਦੇ ਕੋਲੋਂ ਗਿਆਨ ਦਾ ਸੁਰਮਾ ਮੰਗੋ, ਜੀਵਨ ਦੀ ਅਗਿਆਨਤਾ ਮਿਟ ਜਾਏ, ਭਰਮ ਮਿਟ ਜਾਣ, ਭੁਲੇਖੇ ਮਿਟ ਜਾਣ, ਸੰਸੇ ਮਿਟ ਜਾਣ, ਭਰਮ ਖਤਮ ਹੋ ਜਾਣ। ਅਸੀਂ ਸਭ ਕੁਝ ਹੈ ਸਾਡੇ ਕੋਲੇ, ਫਿਰ ਵੀ ਦੁਖੀ ਹਾਂ। ਮਦੀਨੇ ਦੇ ਕਾਜ਼ੀਆਂ ਮਲਾਣਿਆਂ ਨੇ ਗੁਰੂ ਨਾਨਕ ਜੀ ਨੂੰ ਉੱਚੀ ਥਾਂ ਤੇ ਬਿਠਾ ਲਿਆ। ਬਿਠਾਉਂਦੇ ਅਸੀਂ ਵੀ ਉੱਚੀ ਥਾਂ ਤੇ ਹੀ ਹਾਂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ। ਉਪਦੇਸ਼ ਨਹੀਂ ਮੰਗਦੇ। ਤੇ ਜੇ ਕੋਈ ਬਾਬਾ ਬੋਲਣ ਲੱਗ ਜਾਏ ਤੇ ਇੱਕ ਦੂਜੇ ਨੂੰ ਪੁੱਛਦੇ ਵੀ ਚੁੱਪ ਕਦੋਂ ਕਰੇਗਾ। ਉਹਨਾਂ ਨੂੰ ਇਹ ਡਰ ਰਹਿੰਦਾ ਵੀ ਕਿਤੇ ਉਹ ਕਾਲਜ ਦੇ ਲੈਕਚਰਰ ਵਾਂਗੂ ਕਿਤੇ 45 ਮਿੰਟ ਤੇ ਨਹੀਂ ਬੋਲੇਗਾ ਇਹ। ਈਵਨ ਕਿਸੇ ਦੇ ਘਰ ਪ੍ਰੋਗਰਾਮ ਹੋਵੇ ਤੇ ਬਾਹਰ ਖਲੋਤੇ ਰਹਿੰਦੇ ਆਪਾਂ, ਤੇ ਜੇ ਉਸ ਤੋਂ ਬਾਅਦ ਕੋਈ ਆਵੇ ਕਿ ਵੀ ਆਓ ਜੀ ਅੰਦਰ ਚੱਲਦੇ, ਕਹਿੰਦਾ ਨਹੀਂ ਅਜੇ ਬਾਬੇ ਆਪਣਾ ਜ਼ੋਰ ਲਾਈ ਜਾਂਦੇ ਨੇ। ਮਤਲਬ ਤੁਸੀਂ ਲੈਂਗੁਏਜ ਸੁਣੋ, ਇਹਨਾਂ ਦੀ ਭਾਸ਼ਾ ਸੁਣੋ ਤੁਸੀਂ। ਇਹਨੂੰ ਕਹਿੰਦੇ ਨੇ ਹਰ ਜਸ ਸੁਣੇ ਨਾ ਹਰ ਗੁਣ ਗਾਵੇਂ, ਬਾਤਨ ਹੀ ਅਸਮਾਨ ਗਰਾਵੇਂ। ਉਹ ਬਾਹਰ ਖਲੋਤੇ ਚੁੱਪ ਕਰਕੇ ਨਹੀਂ ਖਲੋਤੇ, ਸਭ ਚੁਟਕਲੇਬਾਜ਼ੀ ਹੋ ਰਹੀ ਹੈ। ਉੱਥੇ ਖਲੋਤੇ ਛੁਰਲੀਆਂ ਛੱਡੀ ਜਾਂਦੇ ਨੇ। ਇੰਨੇ ਬਦਕਿਸਮਤ ਅਸੀਂ ਕਿ ਰਿਸ਼ਤੇਦਾਰੀ ਦੀ ਬੱਧਾ ਚੱਟੀ ਵਿੱਚ ਵੀ ਇੱਕ ਸ਼ਬਦ ਸੁਣਨ ਵਾਸਤੇ ਤਿਆਰ ਨਹੀਂ ਹੈਗੇ। ਮਦੀਨੇ ਦੇ ਕਾਜੀ ਪੀਰ ਕਹਿੰਦੇ ਨੇ, ਆਦਰ ਕਰ ਬਹੁ ਭਾਂਤ ਸੋ, ਆਸਣ ਊਚ ਬਸਾਏ, ਬੋਲੇ ਦਵੈ ਕਰ ਬੰਦ ਕੈ, ਨਿਜ ਉਪਦੇਸ਼ ਬਤਾਏ। ਸਾਡੇ ਵਰਗੇ ਹੁੰਦੇ ਤੇ ਕਹਿੰਦੇ ਜੀ ਆਏ ਹੋ ਪ੍ਰਸ਼ਾਦ ਹੀ ਦੇ ਦਿਓ, ਲੱਚਗੇ ਦੇ ਦਿਓ, ਮਿਸ਼ਰੀ ਦੇ ਦਿਓ, ਪਤਾਸੇ ਦੇ ਦਿਓ, ਬੂੰਦੀ ਦੇ ਦਿਓ,
ਬੁਦਾਨਾ ਦੇ ਦਿਓ, ਕੋਈ ਚੂਰਮਾ ਦੇ ਦਿਓ, ਕੋਈ ਪੰਜੀਰੀ ਦੇ ਦਿਓ। ਉਹਨਾਂ ਨੇ ਉਪਦੇਸ਼ ਮੰਗਿਆ, ਕੋਈ ਮੱਤ ਦਿਓ, ਕੋਈ ਸਿੱਖਿਆ ਦਿਓ, ਕੋਈ ਗਿਆਨ ਦਿਓ, ਕੋਈ ਅਕਲ ਦਿਓ ਸਾਨੂੰ, ਇਹਨੂੰ ਕਹਿੰਦੇ ਪੰਜਾਬੀ 'ਚ ਕੋਈ ਅਕਲ ਦਿਓ। ਉਹਨਾਂ ਨੇ ਸੱਚੇ ਪਾਤਸ਼ਾਹ ਦੇ ਕੋਲੋਂ ਗਿਆਨ ਮੰਗਿਆ। ਹਾਂਜੀ। ਸ੍ਰੀ ਗੁਰ ਬੈਨ ਬਣੇ ਸੁਣ ਕੇ ਨਿਜ ਅੰਮ੍ਰਿਤ ਕੋ ਯਾਦ ਰੱਖੋ ਨਾ ਭੁਲਾਹੀ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਭਾਈ ਪਹਿਲਾ ਉਪਦੇਸ਼ ਇਹ ਹੈ, ਆਪਣੀ ਮੌਤ ਨੂੰ ਚੇਤੇ ਰੱਖਣਾ ਹੈ। ਇਹ ਕਦੇ ਨਹੀਂ ਭੁੱਲਣਾ ਕਿ ਮੈਂ ਮਰਨਾ ਨਹੀਂ। ਕਿਉਂਕਿ ਜਦੋਂ ਵੀ ਅਸੀਂ ਗਲਤ ਕੰਮ ਕਰਾਂਗੇ, ਲਿਖੇ ਬਾਣੀ 'ਚ ਖਸਮ ਵਸਾਰ ਕੀਏ ਰਸ ਭੋਗ, ਰੱਬ ਭੁੱਲੇ ਤੇ ਬੰਦਾ ਐਸ਼ਵਰਜ ਵਿੱਚ ਪੈਂਦਾ, ਨਹੀਂ ਤੇ ਨਹੀਂ ਪੈਂਦਾ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਹੁਣ ਰੱਬ ਨੂੰ ਚੇਤੇ ਕਰਨ ਦਾ ਕੀ ਤਰੀਕਾ ਹੈ? ਵੇਖੋ, ਰੱਬ ਦੇ ਕਿਸੇ ਨੇ ਵੇਖਿਆ ਨਹੀਂ, ਕਥਾ ਕਹਾਣੀਆਂ ਹੀ ਨੇ, ਜਿੰਨੀਆਂ ਮਰਜ਼ੀ ਸੁਣ ਲਓ। ਜੇ ਕਿਸੇ ਧਰਮ ਦੇ ਕਿਸੇ ਪੀਰ ਪੈਗੰਬਰ ਨੇ ਜਿੱਦ ਵੀ ਕੀਤੀ ਹੈ ਤਾਂ ਕਹਿੰਦੇ ਉੱਤੇ ਪਹਾੜ ਹੀ ਸੜ ਕੇ ਸੁਆਹ ਹੋ ਗਿਆ ਸੀ। ਮੂਸੇ ਨੇ ਜਿੱਦ ਕੀਤੀ ਸੀ, ਹਜ਼ਰਤ ਮੂਸਾ, ਹਜ਼ਰਤ ਨੂਹ, ਹਜ਼ਰਤ ਇਬਰਾਹੀਮ, ਹਜ਼ਰਤ ਮੁਹੰਮਦ। ਇਸਲਾਮਕ ਮਤ ਦਾ ਇੱਕ ਪੈਗੰਬਰ ਹੋਇਆ, ਉਹਨੇ ਜਿੱਦ ਕੀਤੀ ਸੀ ਕਹਿਤੂਰ ਪਹਾੜ ਤੇ ਬਹਿ ਕੇ, ਕਹਿੰਦਾ ਤੈਨੂੰ ਵੇਖਣਾ ਹੈ। ਤੇ ਕਹਿੰਦੇ ਜਦੋਂ ਨੂਰ ਪ੍ਰਕਾਸ਼ ਹੋਇਆ ਤੇ ਸਹਾਰ ਨਹੀਂ ਸਕਿਆ, ਸਮੇਤ ਪਹਾੜ ਸੜ ਕੇ ਸੁਆਹ ਹੋ ਗਿਆ। ਭਾਈ ਵੀਰ ਸਿੰਘ ਨੇ ਲਿਖਿਆ ਹੈ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਰੱਬ ਕੀ ਹੈ? ਰੱਬ ਇੱਕ ਪ੍ਰਕਾਸ਼ ਹੈ, ਆਕਾਰ ਤੇ ਕੋਈ ਹੈ ਨਹੀਂ ਹੈ। ਨਾ ਉਹਦੇ ਹੱਥ ਨੇ, ਨਾ ਉਹਦੇ ਪੈਰ ਨੇ, ਨਾ ਉਹਦੀਆਂ ਅੱਖਾਂ ਨੇ। ਚੱਕਰ ਚਿਹਨ ਅਰ ਬਰਨ, ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਤ ਕਿਹ। ਰੂਪ ਨਾ ਰੇਖ ਨਾ ਰੰਗ, ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ। ਉਹਦੀ ਕੋਈ ਰੂਪ ਰੇਖਾ ਨਹੀਂ ਹੈ, ਉਹਦਾ ਚਿੱਤਰ ਹੀ ਕੋਈ ਨਹੀਂ ਹੈ, ਉਹਦੀ ਕੋਈ ਤਸਵੀਰ ਨਹੀਂ ਹੈ। ਸਤਿਗੁਰੂ ਜੀ ਨੇ ਕਿਹਾ ਵੀ ਰੱਬ ਨੂੰ ਚੇਤੇ ਕਰਨਾ ਹੈ ਤਾਂ ਫਿਰ ਮੌਤ ਨੂੰ ਚੇਤੇ ਰੱਖੋ। ਰੱਬ ਤਾਂ ਕਿਸੇ ਨੇ ਵੇਖਿਆ ਨਹੀਂ, ਪਰ ਮੌਤ ਤਾਂ ਵੇਖੀ ਹੈ ਨਾ। ਬਾਬਾ ਫਰੀਦ ਕਹਿੰਦੇ ਨੇ, ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣਿਓ ਏ, ਤੈਂ ਪਾਸੋਂ ਓਏ ਲੱਦ ਗਏ ਤੂੰ ਅਜੇ ਨਾ ਪਤੀਣੇ ਹੋਏ। ਬਾਕੀਆਂ ਦੀ ਗੱਲਾਂ ਛੱਡੋ, ਕਿ ਤੇਰੇ ਮਾਪਿਓ ਨਹੀਂ ਮਰੇ? ਜੇ ਤੇਰੇ ਘਰੋਂ ਤੇਰੇ ਮਾਪਿਓ ਚਲੇ ਗਏ ਨੇ ਤੇ ਤੂੰ ਕਿਵੇਂ ਸੋਚਦਾ ਵੀ ਤੂੰ ਰਹਿ ਸਕਦਾ? ਰੱਬ ਨੂੰ ਚੇਤੇ ਕਰਨ ਦਾ ਪਹਿਲਾ ਤਰੀਕਾ, ਪਹਿਲਾ ਢੰਗ ਇੱਕੋ ਹੀ ਹੈ ਕਿ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ ਹੋ ਸਬਨ ਕੀ ਰੇਣੁਕਾ, ਤਾਂ ਆਓ ਹਮਾਰੇ ਪਾਸ। ਹਾਂਜੀ। ਛੋਰ ਬੇਕਾਰ ਤਜੋ ਪਖ ਬਾਦ, ਖੁਦਾਏ ਲਖੋ ਸਭ ਖਲਕਤ ਮਾਹੀ। ਜਿਹਨੂੰ ਮੌਤ ਚੇਤੇ ਹੈ ਉਹ ਕਦੇ ਵੀ ਆਪ ਮੁਹਾਰਾ ਹੋ ਕੇ ਨਹੀਂ ਚੱਲੇਗਾ। ਮੌਤ ਬੜੀ ਤਾਕਤਵਰ ਹੈ। ਤੁਸੀਂ ਉਸ ਬੰਦੇ ਨੂੰ ਜ਼ਰੂਰ ਮਿਲਿਓ ਜਿਹਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੋਵੇ, ਉਸ ਤੋਂ ਪਹਿਲਾਂ ਨਹੀਂ। ਜਦੋਂ ਜਿਹਨੂੰ ਡਾਕਟਰਾਂ ਨੇ ਕਿਹਾ ਹੋਵੇ ਵੀ ਨਹੀਂ ਹੁਣ ਤੁਸੀਂ ਘਰ ਚਲੇ ਜਾਓ, ਜਿਹੜੇ 2-4 ਦਿਨ ਵਾਹਿਗੁਰੂ ਦੇ ਹੈਗੇ ਨੇ ਉਹ ਪੂਰੇ ਕਰ ਲਓ। ਹੁਣ ਜਦੋਂ ਤੁਸੀਂ ਉਹਨੂੰ ਮਿਲੋਗੇ ਕੋਈ ਪਲਾਨਿੰਗ ਨਹੀਂ ਹੋਏਗੀ ਉਹਦੇ ਕੋਲੇ,
कोई स्कीमां नहीं होणगियां, कोई दावे नहीं होणगे। वो बिल्कुल नहीं कहेगा भाजी मैनू उठ लैण दो, आपां वेखिओ सी इन्हां नूं चक चक मारदे बंदिआं नूं ना। वो इक्को ही गल करी जाएगा, वीर जी मैनू माफ़ कर देना, हो सकता मेरे तो कोई गलत बोलिया गया हो, मेरे तो कोई गलत काम हो गया हो। मौत बंदे नूं रब दे बहुत नेड़े लैके जाती है। बिना मौत दे चेते तो बंदा रब दे नेड़े नहीं जा सकता, ये जरूर चेता रखना। जिन्होंने मौत चेते है वो कदे रब तो दूर नहीं होते। सतगुरु कहते वकार छड्डो, पखबाद छड्डो, खुदाए लखो सब खलकत माही। रब नूं जे वेखना है जां जानना है जां मनना है, ये वड्डी गल नहीं कि तुसीं रब नूं मनदे हो। सवाल भी रब नूं मनदे कित्थे हो? सवाल ये है कि रब नूं कित्थे मनदे हो? रब नूं अगर तुसीं खलकत विच मनदे हो तो फिर तो ठीक है। तुसीं मनदे हो भी रब तो लोकां विच है। सब जितनी लोकाई है, जितना संसार है, जितने जीव ने, रब सारियां विच है, फिर ठीक है। तो जे तुसीं मनो भी नहीं रब तो कल्ले मुसलमानां च ही है, तो फिर तो तुसीं कहोगे भी हिंदुआं नूं तो मार ही देना चाहिए। तुहानूं इत्थों तक मनना पेगा भी रब कल्ला अमरधारियां विच नहीं, रब शराबियां विच भी है। देखो मैं पिंडां च रहा और मैं इस चीज़ नूं बड़ा नेड़े होके वेखिआ। जिहड़े बंदे पिंडां दे विच गरीब भी मेहनत मजदूरी करते सी, उन्हां दी 2 वक्त की रोटी मसां पूरी हुंदी सी, ते जिहड़े सारा दिन अड्डे ते ताश खेडदे सी, पता नहीं शाम नूं पी के कित्थों सौंदे, कित्थों आउंदी सी उन्हां दी, कौन घल्लदा सी। जिवें आपां जोर लाउने आ भी सारी दुनिया चंगी हो जानी चाहिए है, सब दुनिया नशे छड्ड देवे, तो जे रब ने छडाउणे होण उहदे लई की औखा है? इदां नहीं लगता भी रब आप लोकां नूं कहंदा भी खाई पी जाओ, सानूं कहंदा रोको इन्हां नूं। है इसे तरह की गल है। हुण रब ने रोकना सी, एक छोटा जिहा कटाणू घल्लिया, अजे तक सानूं ये नहीं समझ आई भी इहदा नां की रखना है। रब दे भेजे निक्के जे बच्चे दा सानूं नां नहीं आउंदा, अखीर असीं कोविड-19 उहदा नां रख लिया। रोकी कि नहीं दुनिया ने? हथ मिलाउण तो रोकी, जफ्फी पाउण तो रोकी, घुम्मण फिरन तो रोकी, बाहर खाण तो रोकी, जहाज ते चढ़न तो रोकी, ट्रेन च बहन तो रोकी। रोकी कि नहीं रोकी? वो चाहे तो की नहीं रोकता। पर एक पासे सानू कही जाता भी तुसीं रोज़ क्या करो भी पीनी नहीं, एक बने नवीं नवीं जिहड़े फैक्ट्रियां लाउंदे ने उन्होंने कहता भी दबी आओ काम नूं। शायद आप जी नूं पता है कि नहीं पता, इस इन्ने महामारी के समय च भी अगर किसी कारोबार नूं नहीं घाटा पिया तो शराब का कारोबार है। कोई तुहानूं लिकर वाला बंदा कदे नहीं कहेगा ज्ञानी जी बड़े औखे हैं, वो कहता जी अगे नाल वध विकदी है। ज्ञानियां दी कथा नहीं चली, रागियां दा कीर्तन नहीं चलिया, काजियां मुलाणियां दियां मसीतां दियां नमाज़ां नहीं चलियां। पर तुसीं वेख लो पता नहीं किन्ने 100% वधा के ड्यूटी लाई सी केजरीवाल ने, तो लोगों ने पुलिस के डंडे खा ले, कई कई किलोमीटर लाइनां ला लियां। उन्हें कहा नहीं नहीं ये पहली बोतल सानू चाहिए है। रब नूं अगर तुसी मखलूक विच नहीं मनोगे तो रब नूं मनण दा कोई लाभ नहीं है। जे मैं मन्ना कि रब सिखां च, मैं तो मुसलमानों नूं नफरत करांगा, मैं तो कहांगा मेरे अगों दी उच्चे पजामे वाला लंघना ही नहीं चाहिए, मैं तो कहांगा मस्जिद ढा देनी चाहिए है। तो जे रब मन्ना भी मुसलमानां विच भी है, हिंदुआं विच भी है, जैनियां च भी है, बौद्धियां च भी है, अमृतधारियां विच भी है, शराबियां विच भी है,
ਤਾਂ ਫਿਰ ਮੈਂ ਨਫ਼ਰਤ ਸ਼ਰਾਬ ਨਾਲ ਕਰਾਂਗਾ, ਸ਼ਰਾਬੀ ਨਾਲ ਨਹੀਂ ਕਰਾਂਗਾ। ਕਿਉਂਕਿ ਸ਼ਰਾਬੀ 'ਚ ਤੇ ਰੱਬ ਹੈਗਾ ਨਾ, ਵਿਗਾੜ ਤੇ ਸ਼ਰਾਬ ਨੇ ਆ ਕੇ ਕੀਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਮਦੀਨੇ ਵਿੱਚ ਉਪਦੇਸ਼ ਦਿੱਤਾ ਹੈ। ਪਹਿਲਾ ਉਪਦੇਸ਼ ਮੌਤ ਨੂੰ ਚੇਤੇ ਰੱਖਣਾ, ਦੂਜਾ ਉਪਦੇਸ਼ ਹੈ ਵਕਾਰਾਂ ਨੂੰ ਛੱਡਣਾ, ਤੀਜਾ ਉਪਦੇਸ਼ ਹੈ ਪੱਖਪਾਤ ਨਹੀਂ ਕਰਨਾ। ਅੱਜ ਸਾਡੇ 'ਚ ਕੌਣ ਹੈ ਜਿਹੜਾ ਪੱਖਪਾਤ ਨਹੀਂ ਕਰਦਾ? ਮੈਂ ਫਿਰ ਬੇਨਤੀ ਕਰਾਂ, ਇਹ ਚੀਜ਼ ਤੁਹਾਨੂੰ ਅਮਰੀਕਾ ਜਾ ਕੇ ਨਹੀਂ ਮਿਲੇਗੀ, ਮਿਲੇਗੀ ਬਹੁਤ ਘੱਟ ਮਿਲੇਗੀ, ਬੜੀ ਰੇਅਰ ਮਿਲੇਗੀ। ਕਿਸੇ ਥਾਂ ਤੇ ਜਾਓਗੇ ਇੱਕੋ ਜਿਹਾ ਕਿਉਂ ਲੱਗੇਗਾ, ਟ੍ਰੇਨ 'ਚ ਬਹਿਣ ਲੱਗਿਆ ਵੀ ਲਾਈਨ ਇੱਕੋ ਹੀ ਹੈ, ਮੰਤਰੀ ਮਿਨਿਸਟਰ ਦੀ ਲਾਈਨ ਵੱਖਰੀ ਨਹੀਂ ਹੈ। ਏਅਰਪੋਰਟ ਤੇ ਚਲੇ ਜਾਓ, ਸਭ ਇੱਕੋ ਲਾਈਨ 'ਚ ਲੱਗੇ ਹੁੰਦੇ ਨੇ। ਜੇ ਤੁਸੀਂ ਜੁੱਤੀਆਂ ਲਾਈਆਂ ਨੇ ਤਾਂ ਲਾਉਣੀਆਂ ਮੰਤਰੀ ਨੂੰ ਵੀ ਪੈਣੀਆਂ ਨੇ। ਉਹ ਸੁਣਿਆ ਸੀ ਨਾ ਵੀ ਇੱਥੋਂ ਦਾ ਸ਼ਾਹਰੁਖ ਖਾਨ ਗਿਆ ਅਮਰੀਕਾ, ਲਾਲੇ ਕੱਪੜੇ ਅਗਲਿਆਂ ਨੇ। ਕੈਨੇਡਾ ਦਾ ਸਰਦਾਰ ਮਿਨਿਸਟਰ ਸੀ, ਲਾਲੇ ਕੱਪੜੇ ਉਹਨਾਂ ਨੇ, ਉਹਨੇ ਕਿਹਾ ਪੱਗ ਲਾ ਥੱਲੇ। ਹਾਲਾਂਕਿ ਇਹ ਗੱਲ ਗਲਤ ਹੈ, ਸਾਡੀ ਦਸਤਾਰ ਸਾਡੀ ਸ਼ਾਨ ਹੈ, ਪਰ ਉਹਨਾਂ ਨੇ ਇਸ ਗੱਲ ਦੀ, ਦਸਤਾਰ ਦੀ ਗੱਲ ਕਰੀਏ ਤੇ ਬਿਲਕੁਲ ਠੀਕ ਹੈ, ਪਰ ਜੇ ਉਹਦੀ ਮੰਤਰੀ ਪਦ ਦੀ ਗੱਲ ਕਰੀਏ ਤੇ ਉਹ ਕਹਿੰਦੇ ਕੋਈ ਮੰਤਰੀ ਨਹੀਂ ਹੈਗਾ, ਸਿਕਿਉਰਿਟੀ ਸਾਰਿਆਂ ਦੇ ਲਈ ਇੱਕੋ ਜਿਹੀ ਹੈ, ਚਲੋ ਲੰਘੋ ਸਿਕਿਉਰਿਟੀ ਚੋਂ। ਸਾਡੇ 'ਚ ਪੱਖਪਾਤ ਕਿੰਨਾ ਹੈ? ਇੱਥੇ ਤੇ ਬੰਦਾ ਆਉਂਦਾ ਹੀ ਇੱਥੇ ਕਹਿੰਦਾ ਜੀ ਮੈਂ ਤੇ ਅਮਕੇ ਮੰਤਰੀ ਦਾ ਭਣੇਵਾ ਜੀ। ਇੱਥੇ ਭਣੇਵਾ ਨਹੀਂ ਮਨ, ਮੰਤਰੀ ਦੀ ਕੀ ਹਾਲਤ ਹੋਏਗੀ ਪਤਾ ਨਹੀਂ, ਵਾਹਿਗੁਰੂ ਜਾਣੇ। ਇੱਥੇ ਤੇ ਐਮਐਲਏ ਦਾ ਭਤੀਜਾ ਨਹੀਂ ਮਾਣ, ਕਿਤੇ ਐਮਐਲਏ ਸਾਹਿਬ ਆ ਗਏ ਤੇ ਵਾਹਿਗੁਰੂ ਵਾਹਿਗੁਰੂ ਕਹਿਣਾ ਪਏਗਾ, ਵੀ ਪਤਾ ਨਹੀਂ ਹੁਣ ਕੀ ਹੋਏਗਾ। ਉਪਦੇਸ਼ ਇਹ ਹੈ ਕਿ ਪੱਖਪਾਤ ਛੱਡੋ। ਹੁਣ ਦੱਸੋ ਕਿੰਨੀਆਂ ਮਾਲਾ ਫੇਰਦੇ ਹੋ ਤੁਸੀਂ? ਕੀ ਤੁਹਾਡੇ 'ਚ ਹਿੰਮਤ ਹੈ ਵੀ ਤੁਸੀਂ ਪੱਖਪਾਤ ਛੱਡ ਦੋਗੇ? ਤੁਸੀਂ ਨਹੀਂ। ਅਸੀਂ ਪ੍ਰਭਾਵ ਕਬੂਲਦੇ ਹਾਂ, ਅਮੀਰ ਦਾ ਵੀ ਕਬੂਲਦੇ ਹਾਂ, ਵੱਡੇ ਬੰਦੇ ਦਾ ਵੀ ਕਬੂਲਦੇ ਹਾਂ, ਮੈਂ ਵੀ ਕਬੂਲਦਾ, ਉਸ ਗੁਨਾਹ ਦੇ ਵਿੱਚ ਮੈਂ ਵੀ ਸ਼ਾਮਲ ਹਾਂ, ਬਾਹਰ ਨਹੀਂ ਹਾਂ ਮੈਂ। ਇਸੇ ਕਰਕੇ ਅਸੀਂ ਰੱਬ ਤੋਂ ਕੋਹਾਂ ਦੂਰ ਹਾਂ। ਗੁਰੂ ਸਾਹਿਬ ਨੇ ਉਪਦੇਸ਼ ਕੀਤਾ ਸੀ ਵਕਾਰ ਛੱਡਣੇ ਨੇ, ਪੱਖਪਾਤ ਛੱਡਣਾ ਹੈ ਤੇ ਖੁਦਾ ਨੂੰ ਜਾਣਨਾ ਹੈ, ਮੰਨਣਾ ਹੈ, ਵੇਖਣਾ ਹੈ, ਪਰ ਕਿਹਦੇ ਵਿੱਚ? ਮਸੀਤ ਵਿੱਚ ਨਹੀਂ, ਮਖਲੂਕ ਵਿੱਚ, ਗੁਰਦੁਆਰੇ ਵਿੱਚ ਨਹੀਂ, ਬੰਦਿਆਂ ਵਿੱਚ। ਜਿੱਦਣ ਅਸੀਂ ਬੰਦਿਆਂ ਵਿੱਚ ਰੱਬ ਵੇਖਾਂਗੇ ਨਾ, ਤਾਂ ਫਿਰ ਗੁਰਦੁਆਰੇ ਵਾਲੀ ਮਰਿਆਦਾ ਤੁਹਾਡੇ ਘਰ ਤੱਕ ਚਲੀ ਜਾਏਗੀ, ਤੁਹਾਡੇ ਘਰ ਵੀ ਗੁਰੂ ਕਾ ਲੰਗਰ ਹੋਏਗਾ। ਘਰ ਆਏ ਬੰਦੇ ਦਾ ਵੀ ਓਨਾ ਹੀ ਆਦਰ ਮਾਣ ਸਨਮਾਨ ਹੋਏਗਾ ਜਿੰਨਾ ਅਸੀਂ ਗੁਰਦੁਆਰੇ ਵਿੱਚ ਕਹਿੰਦੇ ਆ। ਇੱਥੇ ਵੇਖਿਆ ਤੁਸੀਂ ਲੋਕਾਂ ਨੂੰ ਤਰਸ ਆਉਂਦਾ, ਗੰਦੇ ਕੱਪੜੇ ਹੋਣਗੇ, ਫੜ ਕੇ ਤੁਰੇ ਆਉਣਗੇ ਅੰਦਰ ਨੂੰ। ਗਿਆਨੀ ਜੀ ਗਰੀਬ ਹੈ, ਤੇ ਮੈਂ ਕਹਿੰਦਾ ਹੁੰਦਾ ਵੀ ਮੈਂ ਤੇਰੇ ਪੈਰਾਂ ਤੇ ਮੱਥਾ ਟੇਕਾਂਗਾ, ਇਹਨੂੰ ਇੱਕ ਵਾਰੀ ਆਪਣੀ ਕਾਰ 'ਚ ਬਿਠਾ ਖਾ। ਇਹ ਜਿਹੜੀ 2 ਕਿਲੋ ਵਿਸ਼ਟਾ ਚੁੱਕੀ ਫਿਰਦਾ ਹੈ ਕੱਪੜਿਆਂ 'ਚ, ਪਤਾ ਤੇ ਲੱਗੇ ਕਿ ਗਰੀਬ ਹੈ। ਤੈਨੂੰ ਤਰਸ ਇਹੀ ਆਉਂਦਾ ਵੀ ਇਹ ਗੁਰਦੁਆਰੇ 'ਚ ਵਾੜ ਦਿਓ, ਆਪੇ ਸੇਵਾਦਾਰ ਵਿਚਾਰੇ ਧੋਦੇ ਫਿਰਨੇ ਨੂੰ। ਮੈਂ ਤੇਰੇ ਤਰਸ ਨਾਲ ਸਹਿਮਤ ਹਾਂ, ਪਰ ਕਿਰਪਾ ਕਰ ਇੰਨਾ ਕੁ ਤਰਸ ਕਰ ਕਿ ਇਹਨੂੰ ਆਪਣੀ ਗੱਡੀ 'ਚ ਚਰਨ ਪਵਾ, ਇਹਨੂੰ ਆਪਣੇ ਘਰ ਲੈ ਕੇ ਜਾ, ਇਹਨੂੰ ਡਰਾਇੰਗ ਰੂਮ 'ਚ ਬਿਠਾ ਕੇ ਚਾਹ ਪਿਆ, ਫਿਰ ਪਤਾ ਲੱਗੇ ਤੇਰੀ ਇਨਸਾਨੀਅਤ ਕਿੱਥੇ ਹੈ। ਫਿਰ ਪਤਾ ਲੱਗੇ ਨਾ ਵੀ ਤੇਰੇ 'ਚ ਉਹ ਤੈਨੂੰ ਅੱਖਾਂ ਕਿਵੇਂ ਮਿਲ ਗਈਆਂ ਵੀ ਤੈਨੂੰ ਗਰੀਬ ਜੀ ਰੱਬ ਦਿਸਣ ਲੱਗ ਗਿਆ। ਜਿਸ ਡਰਾਇੰਗ ਰੂਮ ਦੇ ਵਿੱਚ ਤੇਰੇ ਪਿਓ ਨੂੰ ਹੁਕਮ ਨਹੀਂ ਹੈ ਬੈਠਣ ਦਾ, ਤੂੰ ਆ ਕੇ ਗੁਰਦੁਆਰੇ ਤੂੰ ਗੱਲਾਂ ਕਰਦਾ ਰੱਬ ਦੀਆਂ। ਜਿਸ ਡਾਈਨਿੰਗ ਟੇਬਲ ਤੇ ਤੇਰੀ ਮਾਂ ਨੂੰ ਹੁਕਮ ਨਹੀਂ ਹੈ ਬਹਿ ਕੇ ਰੋਟੀ ਖਾ ਲਵੇ, ਤੂੰ ਗੁਰਦੁਆਰੇ ਆ ਕੇ 10 ਰੁਪਏ ਦੇ ਕੇ ਕਿਸੇ ਗਰੀਬ ਔਰਤ ਨੂੰ ਗੱਲਾਂ ਕਰਦਾ ਰੱਬ ਦੀਆਂ। ਤੂੰ ਪਹਿਲਾਂ ਗੁਰਦੇਵ ਮਾਤਾ ਗੁਰਦੇਵ ਪਿਤਾ ਦਾ ਪਾਠ ਪੜ੍ਹ, ਵੇਖ ਇਹਨਾਂ 'ਚ ਵੀ ਰੱਬ ਹੈਗਾ। ਅਸੀਂ ਤਾਂ ਸਿਰਫ ਇੱਕੋ ਹੀ ਗੱਲ ਵੇਖਦੇ ਵੀ ਇਹਨਾਂ ਕੋਲੇ ਪੈਸੇ ਹੈਗੇ ਕਿ ਨਹੀਂ ਹੈਗੇ। ਜੇ ਮਾਂ ਕੋਲੇ ਪੈਸੇ ਨੇ ਤੇ ਫਿਰ ਅੱਗੇ ਪਿੱਛੇ, ਤੇ ਜੇ ਮਾਂ ਕੋਲ ਨਹੀਂ ਪੈਸੇ ਹੈਗੇ ਤੇ ਬੁੱਢੀ ਕਹਿੰਦਾ ਪਤਾ ਨਹੀਂ ਕਦੋਂ ਮਰੇਗੀ, ਜਾਨ ਖਾਧੀ ਇਹਨੇ, ਸਾਰਾ ਦਿਨ ਬੋਲੀ ਜਾਂਦੀ ਹੈ।
खुदा वेखना है तो मखलूक विच वेखो, वकार नहीं करने, पक्षपात नहीं करना, सारी कायनात विच रब नूं वेखना है ते मौत नूं चेते रखना है। ये मत सोचो भी वह मर गया है, नहीं। कहते दुश्मन मरे ते हसीए ना, सज्जणा भी तुर जाना। दुश्मन मरिया तो हसन की की लोड़ है। मैं तो ऐसे इंसान वेखे ने दुश्मन मरे ते संस्कार ते गए ने, जिन्ना चिर उहदी चिखा नूं अग नहीं लगी उत्थे खलोते ने, तो जदों चिखा नूं अग लग गई तो उदों उत्थे खलो के कहा कि तेरे नाल ही लड़न का स्वाद सीगा, जा अज तो बाद दुश्मनी भी छड्डी। इंसानियत दे कुछ गुण ने, पैसा इंसानियत नहीं है। साडी गलती इत्थे हो गई, जिहदे कोल पैसे असीं उहदे मगर भज्जे फिरदे आ, असीं उहनूं ही समझदे भी यही ब्रह्म ज्ञानी है, यही साधु है, यही चंगा है, यही सब कुछ है। नहीं भाई, सब तो उच्ची इंसानियत है। काजियां ते मुलाणियां नूं गुरु नानक साहब ने मक्के च कहा सी, शुभ अमला बाजों दोनों रोई। हाँ जी। नाम सदा सिमरो उर में, जेह ते जम दोजक देखो नाही। परमेश्वर का नाम अपने मन विच सिमरना है। हुण जिहड़ा मन का विशा सी वो असीं कोशिश करते हैं भी गुरुद्वारे में शुरू कर लीए। तुसीं कदे दरबार साहब दे विच सिमरन हुंदा वेखिआ? नहीं हुंदा वेखिआ ना, कीर्तन हुंदा है। क्योंकि सिमरन तुहाडा एडिविजनल है, तुहाडा निजी है। इनू उच्ची करन दी लोड़ नहीं, इनू अपने मन विच करन दी लोड़ है। इनू अपने मन विच सिमरना सी, पर हो की रहा है? मन माया में फंद रहे, मन ते माया विच ग्रसिया होया। सिमरन तुहाडे मन का सबजैक्ट है। उठदिया बहदिया कि तुहाडे मन विच रब आउंदा है, वाहिगुरू आउंदा है? किते ऐसा तो नहीं कि मन दे विच गिणती हर वक्त कैलकुलेशन पैसे दी है, हिसाब किताब है, चीज़ों का लैन देन दिमाग दे विच है, तो फिर ये समझ लेना। क्योंकि सिमरन का अखरी अर्थ की है? याद, रटन नहीं है। मैं तो बहुत बारी बेनती की, पाठ जपजी साहब का हो सकता है, पर जे जपजी साहब का पाठ करदिया मन में गल ये चल रही है कि मैं पाठ ते बह गया ते टैलीफोन आएगा, वो ना होवे घर दे किते कह देन कि सरदार जी तो पाठ करते हैं, वो बंदे ने अगे महीना हो गया उन्हें पैसे नहीं दिते, उन्होंने फिर मौका मिल जाएगा जी मैं तो फोन किया सी तुसीं चुकिया ही नहीं। हुण इहदा अर्थ की? इहदा अर्थ है पाठ जपजी साहब दा है ते सिमरन सिमरन पैसों का है, सिमरन टैलीफोन का है। सिमरन उस बंदे का चल रहा है भी अगे महीना हो गया तो महीना होर खा जाएगा उन्हें, इनू कहते हैं सिमरन। जदों जिहड़ी चीज़ तुहाडी याद विच आ गई वो सिमरन है। हुण तुसीं किहदा करदे हो? तां ही कहंदे ना मलाप नालों जिहड़ी उड़ीक है, कहंदे उहदा आनंद बहुत है। क्यों? क्योंकि तुसीं याद करदे सी उन्हें आना है, मैं लैन जाना है, वो आएगा, मैनूं कुट के जफी पा के मिलांगा, फिर असीं ढेर सारियां गल्लां करांगे।
ਕਈ ਦਿਨ ਉਸ ਅਸੀਂ ਵਜਦ ਵਿੱਚ ਰਹਿੰਦੇ ਆ, ਉਡੀਕਦੇ ਆ, ਉਡੀਨੀ ਉਡੀਨੀ ਕਬ ਘਰ ਆਵੇ ਰੀ, ਇਹ ਸਿਮਰਨ ਹੈ। ਸਤਿਗੁਰੂ ਉਹਨਾਂ ਕਾਜੀਆਂ ਮੁਲਾਣਿਆਂ ਨੂੰ ਕਹਿਣ ਲੱਗੇ, ਨਾਮ ਸਦਾ ਸਿਮਰੋ ਔਰ ਮੈਂ, ਜਿਹ ਤੇ ਜਮ ਦੋਜਕ ਦੇਖੋ ਨਾਹੀ। ਕਦੇ ਫਿਰ ਨਾ ਤੁਹਾਨੂੰ ਜਮ ਦਿਸਣਗੇ, ਨਾ ਕਦੇ ਤੁਹਾਨੂੰ ਨਰਕ ਦਿਸੇਗਾ। ਦੋਵਾਂ ਚੀਜ਼ਾਂ ਤੋਂ ਬਚ ਜਾਓਗੇ, ਜਮਾਂ ਤੋਂ ਵੀ ਬਚ ਜਾਓਗੇ, ਨਰਕਾਂ ਤੋਂ ਵੀ ਬਚ ਜਾਓਗੇ। ਹਾਂਜੀ। ਲੋਕ ਦਿਖਾਵਨ ਤੇ ਮਨ ਚਾਏ ਕੈ, ਸਾਚ ਕਮਾਏ ਸਭੈ ਸੁਖ ਪਾਹੀ। ਲੋਕ ਦਿਖਾਵਣ ਤੇ ਮਨ ਚਾਏ ਕੈ, ਲੋਕਾਂ ਨੂੰ ਵਿਖਾਉਣ ਵਾਸਤੇ, ਆਪਣੇ ਮਨ ਦੇ ਚਾਅ ਦੇ ਵਾਸਤੇ। ਸਾਚ ਕਮਾਏ ਸਭੇ ਸੁਖ ਪਾਹੀ, ਤੇ ਫਿਰ ਭਾਈ ਸੱਚ ਦੀ ਕਮਾਈ ਕਰਿਓ, ਸਾਰੇ ਸੁੱਖ ਮਿਲਣਗੇ, ਗਵਾਚਿਓ ਨਾ। ਕਿਉਂਕਿ ਸੁੱਖ ਚੀਜ਼ਾਂ ਵਿੱਚ ਨਹੀਂ। ਜਿਨ੍ਹਾਂ ਚੀਜ਼ਾਂ ਨੂੰ ਅਸੀਂ ਸੁੱਖ ਮੰਨਦੇ ਹਾਂ, ਗੁਰਮਤਿ ਇਹ ਕਹਿੰਦੀ ਵੀ ਨਹੀਂ, ਇਹ ਸੁੱਖ ਦੀਆਂ ਸੂਚਕ ਨੇ, ਇਹ ਸੁੱਖ ਦੀਆਂ ਨਿਸ਼ਾਨੀਆਂ ਨੇ, ਗਰੰਟੀਆਂ ਨਹੀਂ। ਇਹ ਸੁੱਖ ਦੀਆਂ ਪ੍ਰਤੀਕ ਨੇ, ਇਹ ਸੁੱਖ ਦੀਆਂ ਪ੍ਰਾਪਤੀਆਂ ਨਹੀਂ। ਇਹ ਚੀਜ਼ਾਂ ਵੇਖਣ ਨੂੰ ਲੱਗਦੀਆਂ ਨੇ ਕਿ ਬਹੁਤ ਵੱਡਾ ਸੁੱਖ ਹੈ, ਪਰ ਇਸ ਗੱਲ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਜਿਨ੍ਹਾਂ ਚੀਜ਼ਾਂ ਨੂੰ ਅਸੀਂ ਸੁੱਖ ਮੰਨ ਕੇ ਬੈਠੇ ਹਾਂ, ਕਿ ਉਹ ਵਾਕਈ ਸੁੱਖ ਹੈ? ਨਹੀਂ ਭਾਈ, ਇਹ ਜ਼ਰੂਰੀ ਨਹੀਂ ਹੈ। ਹਰ ਚੀਜ਼ ਹਰ ਬੰਦੇ ਵਾਸਤੇ ਸੁੱਖ ਨਹੀਂ ਹੈ। ਸੱਚੇ ਪਾਤਸ਼ਾਹ ਨੇ ਕਾਜ਼ੀਆਂ ਮੁਲਾਣਿਆਂ ਨੂੰ ਉਪਦੇਸ਼ ਦਿੱਤਾ ਹੈ। ਹਾਂਜੀ। ਸੁਣ ਕਰ ਸਭ ਹਰ ਖਾਏ ਕੈ, ਜਾਚੇ ਚਰਨ ਖਰਾਵ। ਗੁਰੂ ਜੀ ਦੇ ਬਚਨ ਸੁਣ ਕੇ, ਉਪਦੇਸ਼ ਸੁਣ ਕੇ ਕਾਜੀ ਮੁਲਾਣੇ ਬੜੇ ਖੁਸ਼ ਹੋਏ। ਫਿਰ ਕਹਿਣ ਲੱਗੇ, ਜੀ ਆਪਣੀ ਖੜਾਮ ਦੇ ਦਿਓ, ਆਪਣੇ ਚਰਨਾਂ ਦੀ ਦਾਸੀ ਦੇ ਦਿਓ। ਵੇਖੋ ਕੈਸੀ ਰੱਬ ਦੀ ਰਚਨਾ ਕੈਸੀ ਹੈ। ਪੂਜਾ ਪੈਰਾਂ ਦੀ ਕਰਾਈ ਜਾਂਦੀ ਹੈ, ਤਿਲਕ ਮਸਤਕ ਨੂੰ ਲਾਏ ਜਾਂਦੇ ਨੇ। ਕੈਸੀ ਵਿਡੰਬਣਾ ਹੈ ਭਾਈ। ਨੇਕ ਕੰਮ ਹੱਥ ਕਰਦੇ ਨੇ, ਪਰ ਮੱਥੇ ਪੈਰਾਂ ਨੂੰ ਟੇਕੇ ਜਾਂਦੇ ਨੇ। ਕਮਾਲ ਦੀ ਗੱਲ ਹੈ। ਪੂਜਾ ਹਮੇਸ਼ਾ ਪੈਰਾਂ ਦੀ ਹੋਈ ਹੈ। ਪੈਰ ਸਭ ਤੋਂ ਨੀਵੇਂ ਨੇ, ਸਭ ਤੋਂ ਵੱਧ ਮੈਲੇ ਪੈਰ ਰਹਿੰਦੇ ਨੇ, ਸਭ ਤੋਂ ਵੱਧ ਵਿਆਹੀਆਂ ਪੈਰਾਂ ਦੀਆਂ ਫਟਦੀਆਂ ਨੇ। ਪਰ ਇਹ ਵੀ ਸੱਚ ਹੈ, ਧੁੱਪ ਦੇ ਵਿੱਚ, ਠੰਡ ਦੇ ਵਿੱਚ ਠਰਦੇ ਤੇ ਭਾਈ ਸੜਦੇ ਤੇ ਪੈਰ ਹੀ ਨੇ। ਤੁਹਾਡੀ ਜ਼ਿੰਦਗੀ ਦੀ ਸਫਲਤਾ ਦੇ ਵਿੱਚ ਪੈਰਾਂ ਦਾ ਬਹੁਤ ਵੱਡਾ ਹੱਥ ਹੈ, ਬੜੀ ਵੱਡੀ ਕੰਟਰੀਬਿਊਸ਼ਨ ਹੈ, ਯੋਗਦਾਨ ਹੈ। ਸੇਵਾ ਕਰਨ ਵਾਸਤੇ ਵੀ, ਹੱਥਾਂ ਦੀ ਸੇਵਾ ਵਾਸਤੇ ਵੀ ਪੈਰਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹ ਠੀਕ ਹੈ, ਸਾਰਿਆਂ ਕੋਲ ਪੈਰ ਵੀ ਨਹੀਂ ਹੈਗੇ, ਪਰ ਆਪਾਂ ਇਹ ਵੇਖਿਆ ਕਿ ਪਰਮਾਤਮਾ ਨੇ ਮਾਣ ਜੋ ਪੈਰਾਂ ਨੂੰ ਦਿੱਤਾ ਹੈ, ਜੋ ਪੂਜਾ ਚਰਨਾਂ ਦੀ ਹੋਈ ਹੈ, ਔਰ ਇੱਥੋਂ ਤੱਕ ਚਰਨਾਂ ਦੀ ਦਾਸੀਆਂ ਦੀ ਪੂਜਾ ਵੀ ਹੋਈ ਹੈ। 14 ਸਾਲ ਸ਼੍ਰੀ ਰਾਮਚੰਦਰ ਜੀ ਦੀਆਂ ਖੜਾਵਾਂ ਨੇ ਰਾਜ ਕੀਤਾ। ਸਤਿਗੁਰੂ ਮਦੀਨੇ ਗਏ ਨੇ, ਉਹ ਕਹਿਣ ਲੱਗੇ, ਜੀ ਆਪਣੀ ਖੜਾਮ ਦੇ ਦਿਓ। ਧਰੀ ਨਿਸ਼ਾਨੀ ਕੌਸ ਕੀ, ਮੱਕੇ ਅੰਦਰ ਪੂਜ ਕਰਾਈ। ਇੱਥੇ ਫਿਰ ਕਾਜ਼ੀਆਂ ਮੁਲਾਣਿਆਂ ਨੇ ਸਤਿਗੁਰੂ ਜੀ ਦੀਆਂ ਖੜਾਵਾਂ ਮੰਗੀਆਂ। ਹਾਂਜੀ। ਹਿਤ ਪੂਜਨ ਕੇ ਤਹਿ ਰਖੀ, ਫੁਤੇ ਗੌਰ ਜਿਹ ਥਾਮ। ਉਹਨਾਂ ਨੇ ਇਹ ਖੜਾਮ ਉੱਥੇ ਰੱਖੀ ਸੀ ਜਿੱਥੇ ਉਹ ਲੋਕ ਆਪ ਹੱਜ ਕਰਨ ਜਾਂਦੇ ਸੀ, ਜਿੱਥੇ ਗੌਰ ਸੀ। ਹਾਂਜੀ।
ਕੇਤਕ ਦਿਵਸ ਬਤਾਏ ਤੈਂ ਸ੍ਰੀ ਨਾਨਕ ਗੁਣ ਖਾਨ। ਕੁਝ ਸਮਾਂ ਸਤਿਗੁਰੂ ਜੀ ਉੱਥੇ ਠਹਿਰੇ, ਔਰ ਕੁੱਲ ਸਮਾਂ ਜਿਹੜਾ ਇੱਥੇ ਲਿਖਿਆ ਹੈ ਸਤਿਗੁਰੂ 1 ਸਾਲ ਰੁਕੇ ਨੇ ਉੱਥੇ, ਕਿਉਂਕਿ ਅਸੀਂ ਕਿਸੇ ਗੱਲ ਦੇ ਵਿਸਥਾਰ ਵਿੱਚ ਜਾਂਦੇ ਹੀ ਨਹੀਂ। ਜਿਵੇਂ ਗੁਰੂ ਜੀ ਸੁਲਤਾਨਪੁਰ ਗਏ, ਸਾਨੂੰ ਇੱਦਾਂ ਲੱਗਦਾ ਵੀ 2-4 ਮਹੀਨੇ ਰਹੇ ਹੋਣਗੇ ਉੱਥੇ, ਨਹੀਂ, ਉੱਥੇ 17 ਸਾਲ ਰਹੇ ਨੇ। ਸਾਨੂੰ ਇੱਦਾਂ ਲੱਗਦਾ ਵੀ ਸਤਿਗੁਰੂ ਪਿੰਡ ਦੇ ਵਿੱਚ ਥੋੜ੍ਹਾ ਜਿਹਾ ਸਮਾਂ ਰਹੇ, ਪਿਤਾ ਨੇ ਚਪੇੜਾਂ ਮਾਰੀਆਂ, ਭੈਣ ਨਾਲ ਲੈ ਗਈ, ਸਤਿਗੁਰੂ ਆਪਣੇ ਪਿੰਡ 14 ਸਾਲ ਰਹੇ। 14 ਸਾਲ ਆਪਣੇ ਪਿੰਡ। ਅੱਜ 14 ਸਾਲ ਦਾ ਬੱਚਾ 10ਵੀਂ ਕਰ ਜਾਂਦਾ ਹੈ, ਮੈਟ੍ਰਿਕ ਕਰ ਜਾਂਦਾ ਹੈ, ਤੇ ਅਮੂਮਨ ਬੱਚਾ ਮੈਟ੍ਰਿਕ ਤੱਕ ਉਦੋਂ ਬਾਅਦ ਘਰੋਂ ਬੱਚਾ ਨਿਕਲ ਜਾਂਦਾ ਹੈ। ਹੁਣ ਜਾ ਕੇ ਪੜ੍ਹਾਈ +2 ਤੇ ਲੈ ਗਏ ਇਹ, ਨਹੀਂ ਤਾਂ 10ਵੀਂ ਤੋਂ ਬਾਅਦ ਬੱਚੇ ਕਾਲਜ ਚਲੇ ਜਾਂਦੇ ਸੀ, ਹੋਸਟਲਾਂ ਚਲੇ ਜਾਂਦੇ ਸੀ। ਫਿਰ ਸਾਡਾ ਹਾਲ ਵੇਖ ਲਓ, ਸਾਡਾ ਹਾਲ ਕੀ ਹੈ। ਸਤਿਗੁਰੂ ਜੀ ਦੀ ਆਜੂ ਹੈ 70 ਸਾਲ। 52 ਸਾਲ ਦੀ ਉਮਰ ਤੱਕ ਸਤਿਗੁਰੂ ਘੁੰਮੇ ਨੇ। 52 ਸਾਲਾਂ ਤੋਂ ਬਾਅਦ ਸਤਿਗੁਰੂ ਘਰ ਆ ਗਏ। 18 ਸਾਲ ਕਰਤਾਰਪੁਰ ਰਹੇ। ਮੈਂ ਤਾਂ ਕਈ ਵਾਰੀ ਬੇਨਤੀ ਕਰਦਾ ਵੀ ਗੁਰੂ ਨਾਨਕ ਵਰਗੀ ਜਸਟਿਸ ਤਾਂ ਲੈ ਕੇ ਆਓ। ਗੁਰੂ ਨਾਨਕ ਨੂੰ ਮੰਨਣ ਦਾ ਮਤਲਬ ਇਹ ਥੋੜ੍ਹਾ ਵੀ ਫੋਟੋ ਲਾ ਲਓ ਘਰ 'ਚ ਤੇ ਸਵੇਰੇ ਉੱਠ ਕੇ ਅਗਰਬੱਤੀ ਧੂਪ ਬੱਤੀ ਕਰ ਲਓ। ਅੱਜ ਸਾਡੇ 'ਚੋਂ ਸਾਬਤ ਕਰੇ ਕਿਹੜਾ 14 ਸਾਲ ਬੱਚਾ ਆਪਣੇ ਮਾਂ ਪਿਓ ਕੋਲ ਰਹਿੰਦਾ ਹੈ। 5ਵੀਂ 7ਵੀਂ ਦਾ ਬੱਚਾ ਤਾਂ ਅਸੀਂ ਹੋਸਟਲ ਭੇਜ ਦਿੰਦੇ ਹਾਂ, ਡੇ ਬੋਰਡਿੰਗ ਹੈ ਜੀ। ਨੁਕਤਾ ਜੀ ਨਹੀਂ ਅਸੀਂ ਗੁਰੂ ਨਾਨਕ ਦੀ ਕਰਦੇ ਹਾਂ। ਉਹ ਜੀ ਬਾਬੇ ਨਾਨਕ ਦਾ ਵਿਆਹ ਹੋਇਆ ਜੀ, ਵਿਆਹ ਹੋਇਆ ਤੇ ਬਾਬਾ ਨਾਨਕ 17 ਸਾਲ ਰਿਹਾ ਆਪਣੇ ਘਰ ਸੁਲਤਾਨਪੁਰ। ਫਿਰ ਜ਼ਿੰਦਗੀ ਦੇ 18 ਸਾਲ ਜਿਹੜੇ ਆਖਰੀ ਨੇ ਕਰਤਾਰਪੁਰ ਹੀ ਰਹਿ, ਕਿਤੇ ਨਹੀਂ ਗਏ। ਇੱਥੇ 60 ਸਾਲ ਦੀ ਰਿਟਾਇਰਮੈਂਟ ਹੁੰਦੀ, ਬੰਦਾ ਕਹਿੰਦਾ ਜੀ ਮੈਨੂੰ ਹੋਰ ਨੌਕਰੀ ਚਾਹੀਦੀ ਹੈ, ਫਿਰ ਕਿਸੇ ਹੋਰ ਡਿਪਾਰਟਮੈਂਟ 'ਚ ਚੜਿਆ ਹੁੰਦਾ। ਇਹਦਾ ਅਰਥ ਕੰਮ ਕਰਨਾ ਗੁਨਾਹ ਪਾਪ ਨਹੀਂ ਹੈ। ਪਰ ਸਾਨੂੰ ਕੀ ਰਾਈਟ ਹੈ ਵੀ ਅਸੀਂ ਗੁਰੂ ਨਾਨਕ ਸਾਹਿਬ ਦੀ ਨਿੰਦਿਆ ਕਰੀਏ? ਉਹਨਾਂ ਨੇ ਪਰਿਵਾਰ ਦੇ ਪ੍ਰਤੀ, ਬੱਚਿਆਂ ਦੇ ਪ੍ਰਤੀ, ਮਾਂ ਪਿਓ ਦੇ ਪ੍ਰਤੀ, ਭੈਣਾਂ ਭਰਾਵਾਂ ਦੇ ਪ੍ਰਤੀ ਜੋ ਫਰਜ਼ ਨਿਭਾਏ ਨੇ, ਅੱਜ ਕੋਈ ਨਿਭਾ ਸਕਦਾ? ਹੁਣ ਸਿੱਧੀ ਇੱਕੋ ਹੀ ਗੱਲ ਕਹੀ ਜਾਂਦੀ ਜੀ, ਬਾਬਾ ਸ਼੍ਰੀ ਚੰਦ ਜਿਹੜੇ ਸੀ ਜੀ, ਉਹਨਾਂ ਨੇ ਉਦਾਸੀ ਮਤ ਸ਼ੁਰੂ ਕੀਤਾ। ਉਦਾਸੀ ਮਤ ਸ਼ੁਰੂ ਕੀਤਾ ਸੀ, ਕੋਈ ਮਾੜਾ ਕੰਮ ਤੇ ਨਹੀਂ ਸੀ ਕੀਤਾ। ਰਸਤੇ ਵਿੱਚ ਫਰਕ ਹੈ, ਟੋਟਲ ਸਿਸਟਮ 'ਚ ਫਰਕ ਨਹੀਂ ਸੀਗਾ। ਸਤਿਗੁਰੂ ਨੇ ਤੇ ਹਰ ਧਰਮ ਦਾ ਸਨਮਾਨ ਕੀਤਾ, ਔਰ ਫਿਰ ਸਾਡੇ ਸਾਹਮਣੇ ਹੈ ਕਿ ਬਾਬਾ ਸ਼੍ਰੀ ਚੰਦ ਦਾ ਉਦਾਸੀ ਮਤ ਵੀ ਜਿਹੜਾ ਹੈ ਅੰਤ ਸਿੱਖੀ ਵਿੱਚ ਮਰਜ ਹੋਇਆ ਹੈ। ਸਿੱਖੀ ਤੋਂ ਬਾਹਰ ਨਹੀਂ ਗਏ। ਔਰ ਕਿੱਡੀ ਮਹਾਨ ਕਰਨੀ ਦੇ ਮਾਲਕ ਸੀ ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਦਾਸ। ਸਤਿਗੁਰੂ ਪਿਤਾ ਮਹਾਰਾਜ ਇੱਥੇ ਕੁਝ ਸਮਾਂ ਰਹੇ ਨੇ। ਕੁਝ ਸਮੇਂ ਤੋਂ ਭਾਵ ਹੈ ਕਿ ਮੱਕੇ ਔਰ ਮਦੀਨੇ 'ਚ 1 ਸਾਲ ਰੁਕੇ ਨੇ ਸਤਿਗੁਰੂ। ਹਾਂਜੀ। ਮੱਕੇ ਕੋ ਆਏ ਬਹੁਰ ਵੈਸੇ ਪੂਰਬ ਧਾਮ। ਫਿਰ ਸਤਿਗੁਰੂ ਮਦੀਨੇ ਤੋਂ ਬਾਅਦ ਮੱਕੇ ਆ ਗਏ। ਹਾਂਜੀ। ਪੱਖਰ ਜੇ ਕਾਜੀ ਮਿਲੇ ਤਿਹ ਛਿਨ ਪਹੁੰਚੇ ਆਏ। ਪੱਖਰ ਜਦੋਂ ਸਤਿਗੁਰੂ ਜੀ ਨੇ ਜਾਣਾ ਸੀ, ਜੇ ਆਪ ਜੀ ਨੇ ਲੜੀਵਾਰ ਕਥਾ ਸੁਣੀ ਹੋਵੇ, ਤੇ ਉਦੋਂ ਹਾਜੀਆਂ ਨੇ ਸਤਿਗੁਰੂ ਜੀ ਨੂੰ ਜਹਾਜ਼ ਵਿੱਚ ਨਹੀਂ ਸੀ ਬਿਠਾਇਆ, ਰਸਤੇ ਛੱਡ ਦਿੱਤਾ ਸੀ। ਉਹ ਜਿਹੜੇ ਹਾਜੀ ਸਨ, ਇੰਨੇ ਸਮੇਂ ਤੋਂ ਬਾਅਦ ਉਹ ਇੱਥੇ ਹੁਣ ਪਹੁੰਚੇ ਨੇ। ਜਿਹੜੇ ਪੱਖਰ ਵਿੱਚ ਮਿਲੇ ਸੀ ਉਹ ਹਾਜੀ ਹੁਣ ਮੱਕੇ ਵਿੱਚ ਪਹੁੰਚੇ ਨੇ। ਇਦੋਂ ਤੱਕ ਸਤਿਗੁਰੂ ਜੀ ਮਦੀਨੇ ਹੋ ਕੇ ਵੀ ਵਾਪਸ ਆ ਗਏ। ਤਕਰੀਬਨ 1 ਸਾਲ ਦਾ ਸਮਾਂ ਬਤੀਤ ਹੋ ਚੁੱਕਿਆ। ਹਾਂਜੀ। ਬਿਸਮੈ ਦਰਸ ਬਿਲੋਕ ਕੈ
ਮੁਖ ਤੇ ਬਚਨ ਅਲਾਏ। ਉਹ ਬੜੇ ਹੈਰਾਨ ਹੋਏ ਵੀ ਇਹ ਤੇ ਉਹ ਬੰਦਾ ਹੈ ਜਿਹਨੂੰ ਅਸੀਂ ਜਹਾਜ਼ ਵਿੱਚ ਨਹੀਂ ਸੀ ਬਹਿਣ ਦਿੱਤਾ, ਇਹ ਸਾਡੇ ਤੋਂ ਪਹਿਲਾਂ ਇਹ ਕਿਵੇਂ ਪਹੁੰਚ ਗਿਆ ਭਾਈ, ਇਹਦੇ ਕੋਲੇ ਕਿਹੜੀ ਸਵਾਰੀ ਹੈ, ਇਹਦੇ ਕੋਲੇ ਕੀ ਹੈ। ਹਾਂਜੀ, ਕਬ ਕੋ ਇਹ ਹਾਜੀ ਆਇਓ ਹਮ ਛੋਰਿਓ ਪਛਾਤ। ਉਹ ਮੱਕੇ ਵਾਸੀਆਂ ਨੂੰ ਪੁੱਛਦੇ ਨੇ ਵੀ ਇਹ ਹਾਜੀ ਕਦੋਂ ਦਾ ਆਇਆ, ਕਿਉਂਕਿ ਅਸੀਂ ਇਹਨੂੰ ਰਾਹ 'ਚ ਛੱਡ ਕੇ ਆਏ ਸੀ, ਇਹ ਸਾਡੇ ਤੋਂ ਪਹਿਲਾਂ ਕਿਵੇਂ ਪਹੁੰਚ ਗਿਆ। ਹਾਂਜੀ, ਕੈਸੇ ਪੰਥ ਉਲੰਘਿਓ ਹਿੰਦ ਜਨਮ ਬਖਿਆਤ। ਇਹਨੇ ਸਫ਼ਰ ਕਿਵੇਂ ਉਲੰਘਿਆ, ਇਹ ਏਡੀ ਛੇਤੀ ਕਿਵੇਂ ਆ ਗਿਆ, ਕਿਉਂਕਿ ਸਾਨੂੰ ਇਹ ਲੱਗਦਾ ਹੈ ਕਿ ਜਨਮ ਕਰਕੇ ਮੁਸਲਮਾਨ ਨਹੀਂ ਹੈ, ਇਹ ਜਨਮ ਕਰਕੇ ਕੋਈ ਹਿੰਦੂ ਹੈ। ਹਾਂਜੀ, ਹੁਤੇ ਸੋ ਬੈਠੇ ਨਰ ਤਹਾਂ ਸੋ ਬੋਲੇ ਤਿਨ ਸਾਥ। ਜਿਹੜੇ ਲੋਕ ਉੱਥੇ ਬੈਠੇ ਸੀ ਉਹਨਾਂ ਨੇ ਬੋਲ ਕੇ ਦੱਸਿਆ। ਹਾਂਜੀ, ਏਕ ਬਰਖ ਬੀਤਿਓ ਇਹਾਂ ਕਲਾਵਾਨ ਜਗਨਾਥ। ਉਹ ਕਹਿਣ ਲੱਗੇ ਜੀ ਇਸ ਬੰਦੇ ਨੂੰ ਤੇ ਇਸ ਹਾਜੀ ਨੂੰ ਤੇ ਇੱਥੇ ਆਏ 1 ਸਾਲ ਹੋ ਗਿਆ, ਪਰ ਇਹ ਤੇ ਕੋਈ ਕਲਾਵਾਨ ਹੈ, ਸਾਰੇ ਲੋਕ ਇਹਨੂੰ ਮੱਥਾ ਟੇਕਦੇ ਨੇ, ਸਾਰੇ ਲੋਕ ਇਹਦੀ ਇੱਥੇ ਪੂਜਾ ਕਰਦੇ ਨੇ। ਹਾਂਜੀ, ਚਰਨ ਸੰਗ ਕਾਬਾ ਫਿਰਿਓ ਤੁਰਕ ਨਿਵੇਂ ਸਭ ਦੇਖ। ਇਸ ਵਿਅਕਤੀ ਦੇ ਚਰਨਾਂ ਨਾਲ ਤੇ ਕਾਬਾ ਘੁੰਮ ਗਿਆ ਸੀ, ਤੇ ਜਿਨ੍ਹਾਂ ਨੇ ਅੱਖੀਂ ਵੇਖਿਆ। ਹਾਂਜੀ, ਅਹੈ ਸਰੀਰ ਖੁਦਾਏ ਕੋ ਜਗ ਉਧਾਰ ਹਿਤ ਵੇਖ। ਉਹਨਾਂ ਨੇ ਮੰਨਿਆ ਵੀ ਇਹਦਾ ਸਰੀਰ ਖੁਦਾ ਦਾ ਸਰੀਰ ਹੈ, ਇਹ ਤਾਂ ਕੋਈ ਜਗਤ ਨੂੰ ਉਧਾਰਨ ਵਾਸਤੇ ਰੱਬ ਆਪ ਹੀ ਹੈ ਜਿਹੜਾ ਨਾਨਕ ਦੇ ਰੂਪ ਵਿੱਚ ਪ੍ਰਗਟ ਹੋਇਆ ਹੈ। ਹਾਂਜੀ, ਤਿਨ ਸੋਨ ਮਨ ਮਹਿਮਾ ਲਖੇ ਕਲਾ ਪਿਖਨ ਪਾਚਾਵ। ਉਹਨਾਂ ਦੇ ਮਨ ਵਿੱਚ ਜਦੋਂ ਉਹਨਾਂ ਨੇ ਵਡਿਆਈ ਸੁਣੀ ਤੇ ਸ਼ਰਧਾ ਪੈਦਾ ਹੋਈ, ਕਹਿੰਦੇ ਵੀ ਆਪਾਂ ਵੀ ਵੇਖੀਏ ਕਿ ਇਹਨਾਂ 'ਚ ਕਿੰਨੀ ਕੁ ਕਲਾ ਹੈ, ਇਹਨਾਂ ਦੇ ਵਿੱਚ ਕਿੱਡੀ ਕੁ ਵੱਡੀ ਸ਼ਕਤੀ ਹੈ। ਹਾਂਜੀ, ਅਹੈ ਸਰੀਰ ਖੁਦਾਏ ਕੋ ਜਲ ਇਹ ਠਾ ਮੰਗਵਾਵ। ਅਸੀਂ ਤਾਂ ਮੰਨੀਏ ਜੇ ਇਹ ਖੁਦਾ ਦਾ ਸਰੀਰ ਹੈ ਤਾਂ ਫਿਰ ਇੱਥੇ ਤਾਂ ਉਜੂ ਸਾਜਣ ਵਾਸਤੇ ਪਾਣੀ ਵੀ ਕੋਈ ਨਹੀਂ, ਇਹ ਜਲ ਮੰਗਵਾਵੇ ਤੇ ਪਤਾ ਲੱਗੇ ਨਾ। ਹਾਂਜੀ, ਤੇ ਛਿਨ ਆਸਾ ਟਿਗ ਹੋਤੋ ਲੈ ਸ਼੍ਰੀ ਗੁਰ ਨਿਜ ਹਾਥ। ਤਦੋਂ ਸਤਿਗੁਰੂ ਜੀ ਨੇ ਆਪਣੇ ਹੱਥ ਵਾਲਾ ਜਿਹੜਾ ਆਸਾ ਸੀ, ਜਿਹੜਾ ਸਤਿਗੁਰੂ ਆਪਣੇ ਨਾਲ ਲੈ ਕੇ ਗਏ ਨੇ, ਆਸਾ ਹੱਥ, ਕਿਤਾਬ ਕੱਛ, ਕੂਜਾ ਬਾਂਗ, ਮੁਸੱਲਾ ਧਾਰੀ, ਉਹ ਆਸਾ ਸਤਿਗੁਰੂ ਜੀ ਨੇ ਆਪਣੇ ਕਰ ਕਮਲਾਂ ਵਿੱਚ ਪਕੜਿਆ। ਹਾਂਜੀ, ਕਾਬੇ ਕੇਰ ਦੀਵਾਰ ਮੈਂ ਹਨਿਓ ਜੋਰ ਕੈ ਸਾਥ। ਉੱਥੇ ਫਿਰ ਸਤਿਗੁਰੂ ਜੀ ਨੇ ਦੀਵਾਰ ਦੇ ਉੱਤੇ ਉਸ ਆਸੇ ਨੂੰ, ਡੰਡੇ ਨੂੰ ਮਾਰਿਆ ਤਾਂ ਕਹਿੰਦੇ ਉੱਥੋਂ ਫਿਰ ਜਲ ਪ੍ਰਗਟ ਹੋਇਆ। ਹਾਂਜੀ, ਛੁੱਟੀ ਬੰਬ ਤਬ ਨੀਰ ਕੀ ਉਜੋ ਸਰਬ ਨੇ ਕੀਨ। ਜਦੋਂ ਪਾਣੀ ਦੀ ਧਾਰਾ ਵਿੱਚੋਂ ਨਿਕਲੀ ਹੈ ਤੇ ਸਾਰੇ ਹਾਜੀ ਜਿਹੜੇ ਨੇ ਉਹ ਫਿਰ ਉਜੂ ਸਾਜਦੇ ਨੇ, ਹੱਥ ਧੋਂਦੇ ਨੇ ਅਰਕਾ ਤੱਕ, ਮੂੰਹ ਧੋਂਦੇ ਨੇ, ਪੈਰ ਧੋਂਦੇ ਨੇ, ਇਹਨੂੰ ਉਜੂ ਸਾਜਣਾ ਕਹਿੰਦੇ ਨੇ। ਹਾਂਜੀ, ਚਰਨ ਬੰਦਨਾ ਕੋ ਕਰਤ ਜਾਨੀ ਅਜ਼ਮਤ ਪੀਨ। ਇਹਨਾਂ ਨੇ ਫਿਰ ਗੁਰੂ ਦੇ ਚਰਨਾਂ ਤੇ ਬੰਦਨਾ ਕੀਤੀ, ਮੰਨਿਆ ਕਿ ਭਾਈ ਇਸ ਤੋਂ ਵੱਡਾ ਕਲਾਵਾਨ ਪੁਰਖ ਕੌਣ ਹੋ ਸਕਦਾ ਹੈ। ਹਾਂਜੀ, ਪਾ ਪੈਗੰਬਰ ਤੁਮਾਰ ਜੋ ਨਾਮ ਮੁਹੰਮਦ ਜਾਹੇ। ਇਹ ਤੁਹਾਡਾ ਪੈਗੰਬਰ ਮੁਹੰਮਦ ਹੈ, ਤੁਸੀਂ ਹਜ਼ਰਤ ਮੁਹੰਮਦ ਸਾਹਿਬ ਨੂੰ ਆਪਣਾ ਪੈਗੰਬਰ, ਆਪਣਾ ਇਸ਼ਟ ਕਰਕੇ ਮੰਨਦੇ ਹੋ। ਹਾਂਜੀ, ਜਿਹ ਕੀ ਤੁਮ ਉਮਤ ਸਬੈ ਇਹ ਠਾਂ ਤਪ ਕੀਏ ਤਾਹੇ। ਸਤਿਗੁਰੂ ਕਹਿਣ ਲੱਗੇ ਤੁਹਾਡੇ ਹਜ਼ਰਤ ਮੁਹੰਮਦ ਨੇ ਇੱਥੇ ਤਪ ਕੀਤੇ ਨੇ, ਇੱਥੇ ਉਹਨਾਂ ਨੇ ਅੱਲਾ ਦੀ ਇਬਾਦਤ ਕੀਤੀ ਹੈ। ਹਾਂਜੀ, ਬੁਜਰਕ ਕੋ ਇਸ ਥਾਨ ਲਖ ਜੋ ਕੋ ਕੀਨ ਆਹਾਰ। ਇੱਥੇ ਬਜ਼ੁਰਗਾਂ ਦਾ ਅਸਥਾਨ ਮੰਨ ਕੇ ਜੌਵਾਂ ਦਾ ਆਹਾਰ ਕੀਤਾ ਹੈ, ਜੌਵਾਂ ਦੀ ਰੋਟੀ ਖਾਧੀ ਹੈ। ਹਾਂਜੀ, ਕੀਨ ਬੰਦਗੀ ਅੱਲ੍ਹ ਕੀ
ਚਿਰੰਕਾਲ ਤਪ ਧਾਰ। ਇਸ ਤਰ੍ਹਾਂ ਜੌਆਂ ਦੀ ਰੋਟੀ ਖਾ ਕੇ ਅੱਲਾ ਦੀ ਬੰਦਗੀ ਕੀਤੀ, ਲੰਬਾ ਸਮਾਂ ਇੱਥੇ ਤਪ ਕੀਤਾ, ਰੱਬ ਦੀ ਇਬਾਦਤ ਸਿਫਤ ਸਲਾਹ ਕੀਤੀ ਹੈ। ਹਾਂਜੀ। ਪਾਏ ਫਰਿਸ਼ਤੇ ਕੋ ਦਰਸ ਸ਼ਕਤਵਾਨ ਹੋਵੈ ਸੋਏ। ਇੱਥੇ ਹੀ ਮੰਨਿਆ ਜਾਂਦਾ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਨੂੰ ਫਰਿਸ਼ਤੇ ਦੇ ਦਰਸ਼ਨ ਹੋਏ, ਦੀਦਾਰ ਹੋਏ। ਹਾਂਜੀ। ਪੂਰਨ ਪੈਗੰਬਰ ਭਇਓ ਜਗ ਮੈਂ ਪ੍ਰਗਟ ਹੋਏ। ਇੱਥੇ ਇਹਨਾਂ ਨੂੰ ਸਾਰੀਆਂ ਸ਼ਕਤੀਆਂ ਮਿਲੀਆਂ। ਇੱਥੋਂ ਹੀ ਇਹ ਪੂਰਨ ਪੈਗੰਬਰ ਦੇ ਰੂਪ ਵਿੱਚ ਜਗਤ ਦੇ ਵਿੱਚ ਵਿਦਤ ਹੋਏ, ਪ੍ਰਗਟ ਹੋਏ, ਜਾਣੇ ਗਏ। ਇਹੋ ਹੀ ਥਾਂ ਹੈ, ਮੱਕੇ ਦੀ ਥਾਂ ਹੈ। ਹਾਂਜੀ। ਸੁਣ ਕਰ ਸਭ ਹੀ ਸ਼੍ਰੋਣ ਮੈਂ ਧੰਨ ਧੰਨ ਮੁਖ ਭਾਖ। ਇਹਨਾਂ ਸਾਰਿਆਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਧੰਨ ਧੰਨ ਕਹਿ ਕੇ ਵਡਿਆਇਆ, ਸਿਮਰਿਆ, ਬੋਲਿਆ। ਹਾਂਜੀ। ਚਰਚਾ ਕੀਨੀ ਅਦਕ ਹੀ ਹਿਰਦੈ ਭਾਉ ਕੋ ਰਾਖ। ਹਮੇਸ਼ਾ ਜਿੰਨਾ ਚਿਰ ਸਤਿਗੁਰੂ ਰਹੇ, ਸਤਿਗੁਰਾਂ ਦੀਆਂ ਉਹਨਾਂ ਨੇ ਚਰਚਾ ਕੀਤੀਆਂ, ਬਾਤਾਂ ਪਾਈਆਂ, ਆਪਸ ਵਿੱਚ ਗੱਲਾਂ ਕੀਤੀਆਂ, ਪਰ ਹਰ ਵਕਤ ਸਤਿਗੁਰੂ ਜੀ ਦਾ ਅਦਬ, ਸਤਿਕਾਰ, ਸਨਮਾਨ ਆਪਣੇ ਹਿਰਦੇ ਵਿੱਚ ਰੱਖਿਆ। ਹਾਂਜੀ। ਗ੍ਰੰਥ ਬਢਨ ਤੇ ਨੈ ਕਹੀ ਕੀਨੀ ਕਥਾ ਸੁਮਾਸ। ਕਹਿੰਦੇ ਜੇ ਮੈਂ ਪੂਰੀ ਕਥਾ ਲਿਖਾਂ ਤੇ ਗ੍ਰੰਥ ਬਹੁਤ ਵੱਡਾ ਹੋ ਜਾਏਗਾ, ਕਈ ਗ੍ਰੰਥ ਭਰ ਜਾਣਗੇ, ਕਈ ਪੋਥੀਆਂ ਲਿਖੀਆਂ ਜਾਣਗੀਆਂ। ਇਸ ਕਰਕੇ ਮੈਂ ਕਥਾ ਨੂੰ ਇੱਥੇ ਰੋਕਦਾ। ਮੱਕੇ ਦੀ, ਮਦੀਨੇ ਦੀ ਇਹ ਜਿਹੜੀ ਯਾਤਰਾ ਹੈ, ਮੈਂ ਇਸ ਨੂੰ ਇੱਥੇ ਵਿਰਾਮ ਦਿੰਦਾ। ਹਾਂਜੀ। ਜਪੇ ਨਾਮ ਪੂਜੇ ਚਰਨ ਭਏ ਤੁਰਕ ਸਭ ਦਾਸ। ਇੱਥੇ ਲੋਕਾਂ ਨੇ ਨਾਮ ਜਪਿਆ, ਗੁਰੂ ਦੇ ਚਰਨਾਂ ਦੀ ਪੂਜਾ ਕੀਤੀ। ਵੱਡੇ ਵੱਡੇ ਮੁਸਲਮਾਨ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸੇਵਕ ਬਣੇ। ਹਾਂਜੀ। ਸਭ ਕਾਜੀ ਅਤ ਦੀਨ ਹੋਵੇ ਕਹੇ ਬੈਨ ਸਿਰ ਨਾਏ। ਇਸ ਤਰ੍ਹਾਂ ਜਿਹੜੇ ਕਾਜੀ ਸੀ, ਵੱਡੇ ਵੱਡੇ ਮੁਲਾਣੇ ਸੀ, ਉਹ ਸਿਰ ਨਵਾਉਂਦੇ ਨੇ, ਸਜਦਾ ਵੀ ਕਰਦੇ ਨੇ, ਬੇਨਤੀਆਂ ਵੀ ਕਰਦੇ ਨੇ। ਹਾਂਜੀ। ਦੀਜੈ ਚਰਨ ਖਰਾਮ ਅਬ ਹਮ ਪੂਜੇ ਚਿਤ ਲਾਏ। ਉਹ ਕਹਿੰਦੇ ਨੇ ਵੀ ਸਾਨੂੰ ਪੱਕੇ ਤੌਰ ਤੇ ਆਪਣੀ ਖੜਾਮ ਦੇ ਦਿਓ ਤਾਂ ਕਿ ਅਸੀਂ ਤੁਹਾਡੀ ਯਾਦਗਾਰ ਮੰਨ ਕੇ ਉਹਦੀ ਫਿਰ ਪੂਜਾ ਕਰਾਂਗੇ। ਹਾਂਜੀ। ਦੂਸਰੀ ਕੌਂਸ ਲਈ ਧਰ ਕਾਬੇ ਮੈਂ ਪੂਜਤ ਤਾਹੇ ਸਭੇ ਤਰ ਕਾਨਾ। ਇਸ ਤਰ੍ਹਾਂ ਇੱਕ ਜਿਹੜੀ ਖੜਾਵ ਸੀ ਉਹ ਮਦੀਨੇ ਵਾਲਿਆਂ ਨੇ ਲੈ ਲਈ, ਦੂਜੀ ਜਿਹੜੀ ਸੀ ਉਹ ਮੱਕੇ ਵਾਲਿਆਂ ਨੇ ਲੈ ਲਈ। ਹਾਂਜੀ। ਹੈ ਆਪ ਖੁਦਾਏ ਤਰੇ ਤਨ ਲੋਕ ਉਧਾਰਨ ਯੋ ਮਨ ਮਾਨਾ। ਹੈ ਇਹ ਆਪ ਖੁਦਾਏ ਧਰਾ ਤਨ ਲੋਕ ਉਦਾਹਰਣ ਯੋ ਮਨ ਮਾਨਾ। ਅਸੀਂ ਮੰਨਦੇ ਹਾਂ ਤੁਹਾਡਾ ਸਰੀਰ ਖੁਦਾ ਦਾ ਸਰੀਰ ਹੈ, ਤੁਸੀਂ ਕੇਵਲ ਪਰਉਪਕਾਰ ਵਾਸਤੇ ਆਏ ਹੋ। ਕਦੇ ਵੀ ਕਿਸੇ ਨੂੰ ਪੜ੍ਹਨਾ ਹੋਵੇ ਸੰਤ ਕੌਣ ਹੈ, ਬ੍ਰਹਮ ਗਿਆਨੀ ਕੌਣ ਹੈ, ਮਹਾਤਮਾ ਕੌਣ ਹੈ, ਸਾਧੂ ਕੌਣ ਹੈ, ਭਗਤ ਕੌਣ ਹੈ, ਬਸ ਇੱਕੋ ਗੱਲ ਧਿਆਨ 'ਚ ਰੱਖ ਲੈਣਾ, ਬੱਦਲਾਂ ਦੀ। ਬੱਦਲ ਆਉਂਦੇ ਨੇ, ਜਦੋਂ ਰੱਜ ਕੇ ਵਰਸ ਜਾਣ, ਤੁਹਾਨੂੰ ਪਤਾ ਹੈ ਉਹਨਾਂ ਦਾ ਆਕਾਰ ਵੀ ਖਤਮ ਹੋ ਜਾਂਦਾ ਹੈ। ਜਦੋਂ ਰੱਜ ਕੇ ਮੀਂਹ ਪੈ ਜਾਂਦਾ ਤੇ ਅਸਮਾਨ ਚਿੱਟਾ ਹੋ ਜਾਂਦਾ ਹੈ। ਪਿੱਛੇ ਸਾਵਣ ਭਾਦੋਂ ਕਿੰਨੇ ਬਰਸਾਤ ਦੇ ਮਹੀਨੇ ਰਹੇ, ਮੁੜ ਕੇ ਕਈ ਸਮਾਂ ਕਦੇ ਬੱਦਲ ਵੇਖੇ ਆਪਾਂ। ਹੁਣ ਥੋੜਾ ਜਿਹਾ ਕਲਾਉਡੀ ਵਾਤਾਵਰਨ ਹੈ, ਬੱਦਲ ਹਨ ਆਕਾਸ਼ ਵਿੱਚ। ਅੱਗੇ ਫਿਰ ਇੱਕ ਟਾਈਮ ਆਏਗਾ ਬਿਲਕੁਲ ਨਹੀਂ ਹੋਣਗੇ। ਉਹ ਜਿਹੜੇ ਮਹਾਂਪੁਰਖ ਹੁੰਦੇ ਨੇ ਉਹ ਬੱਦਲਾਂ ਵਰਗੇ ਹੁੰਦੇ ਨੇ। ਸਮੁੰਦਰ ਤੋਂ ਪਾਣੀ ਲੈ ਕੇ ਆਉਂਦੇ ਨੇ, ਪਹਾੜਾਂ ਦੇ ਉੱਤੋਂ ਦੀ ਲੰਘਦੇ, ਰੇਗਿਸਤਾਨਾਂ ਤੋਂ ਲੰਘਦੇ ਤੇ ਸਾਡੇ ਜੀਵਾਂ ਦੇ ਉੱਤੇ ਆ ਕੇ ਵਰਖਾ ਕਰਕੇ ਚਲੇ ਜਾਂਦੇ ਨੇ। ਕਦੇ ਮਾਮਲਾ ਨਹੀਂ ਮੰਗਦੇ, ਟੈਕਸ ਨਹੀਂ ਮੰਗਦੇ, ਕਦੇ ਮੁੜ ਕੇ ਨਹੀਂ ਆਉਂਦੇ ਵੀ ਹੁਣ ਤੁਹਾਡੀ ਫਸਲ ਪੱਕ ਗਈ ਹੈ, ਲਿਆਓ ਸਾਡਾ ਹਿੱਸਾ ਦਿਓ ਬਈ। ਉਹਨੂੰ ਸੰਤ ਕਹਿੰਦੇ ਨੇ। ਜਿਹੜਾ ਤੁਹਾਡੇ ਕੋਲੋਂ ਦੁਬਾਰਾ ਹਿੱਸਾ ਮੰਗ ਲਵੇ, ਸਮਝ ਲੈਣਾ ਵੀ ਇਹ ਸੰਤ ਨਹੀਂ ਹੈ। ਸੰਤ ਹਿੱਸਾ ਨਹੀਂ ਮੰਗਦਾ, ਉਹ ਤਾਂ ਬੱਦਲਾਂ ਵਰਗਾ ਪਰਉਪਕਾਰੀ ਹੁੰਦਾ ਹੈ। ਜਨਮ ਮਰਨ ਦੋਹੂ ਮੈਂ ਨਾਹੀ
ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਓ ਲੈਣ ਬੁਲਾਏ। ਗੁਰੂ ਨਾਨਕ ਸਾਹਿਬ ਮਹਾਰਾਜ ਜਗਤ ਦਾ ਉਧਾਰ ਕਰਨ ਵਾਸਤੇ ਆਏ ਸਨ। ਹਾਂਜੀ। ਕੀਰਤ ਹੋਏ ਰਹੇ ਜਿਤ ਹੀ, ਤਿਤ ਉਜਲ ਸੋਹਤ ਜੋਨ ਸਮਾਨਾ। ਹਰ ਪਾਸੇ ਸਤਿਗੁਰੂ ਦੀ ਕੀਰਤੀ ਹੈ, ਤੇ ਕੀਰਤੀ ਇਵੇਂ ਹੈ ਕਹਿੰਦੇ ਜਿਵੇਂ ਆਕਾਸ਼ ਦੇ ਵਿੱਚ ਚੰਦਰਮਾ ਦੀ ਚਾਨਣੀ ਹੈ। ਹੁਣ ਚੰਦਰਮਾ ਦੀ ਚਾਨਣੀ ਨੂੰ ਕੋਈ ਰੋਕ ਸਕਦਾ ਹੈ ਕਿ ਤੂੰ ਉਹਦੇ ਘਰ ਜਾਣਾ ਹੈ, ਮੇਰੇ ਘਰ ਨਹੀਂ ਆਉਣਾ, ਅਮੀਰ ਦੇ ਘਰ ਜਾਣਾ ਹੈ, ਗਰੀਬ ਦੇ ਘਰ ਨਹੀਂ ਜਾਣਾ, ਤੂੰ ਹਿੰਦੁਸਤਾਨ ਵਿੱਚ ਆਉਣਾ ਹੈ, ਪਾਕਿਸਤਾਨ ਵਿੱਚ ਨਹੀਂ ਜਾਣਾ। ਕੋਈ ਹੈ ਦੁਨੀਆ ਦੀ ਤਾਕਤ ਚੰਦਰਮਾ ਦੀ ਰੋਸ਼ਨੀ ਨੂੰ ਰੋਕ ਲਵੇ? ਨਹੀਂ ਤੇ ਮੈਂ ਬੜੀਆਂ ਚੀਜ਼ਾਂ ਮੈਂ ਖੁਦ ਵੇਖ ਕੇ ਆਇਆ। ਮੈਂ ਦੱਸਿਆ ਸੀ ਆਪ ਜੀ ਨੂੰ, ਸਿਨਸਿਨੈਟੀ ਇੱਕ ਸਿਟੀ ਹੈ ਅਮਰੀਕਾ 'ਚ। ਮੈਂ ਜਿਸ ਘਰ ਠਹਿਰਿਆ ਉਹ ਕਹਿੰਦਾ ਜੀ ਆਪਾਂ ਬਾਹਰ ਸੈਰ ਕਰੀਏ, ਘਾਹ 'ਤੇ ਤੁਰੀਏ ਨੰਗੇ ਪੈਰੀ। ਮੈਂ ਕਿਹਾ ਚਲੋ। ਉਹ ਤੁਰਨ ਲੱਗੇ ਤੇ ਗੁਆਂਢੀਆਂ ਦਾ ਕੁੱਤਾ ਭੱਜ ਆਇਆ। ਹੁਣ ਵੱਡਾ ਸਾਰਾ ਕੁੱਤਾ ਸੀ, ਮੈਂ ਤੇ ਡਰਿਆ ਥੋੜਾ ਜਿਹਾ, ਪਰ ਕੁੱਤਾ ਆਇਆ ਬੜੀ ਸਪੀਡ ਨਾਲ, ਪਰ ਇੱਕ ਥਾਂ ਤੇ ਆਇਆ ਤੇ ਮੁੜ ਗਿਆ। ਤਾਂ ਮੈਨੂੰ ਸ਼ਾਇਦ ਜਸਵਿੰਦਰ ਸਿੰਘ ਉਹਦਾ ਨਾਂ, ਜੇ ਮੈਂ ਠੀਕ ਬੋਲ ਰਿਹਾ ਤਾਂ, ਉਹ ਮੈਨੂੰ ਵੀਰ ਕਹਿਣ ਲੱਗਾ, ਕਹਿੰਦਾ ਗਿਆਨੀ ਜੀ ਪਤਾ ਕੁੱਤਾ ਮੁੜ ਕਿਉਂ ਗਿਆ ਹੈ? ਮੈਂ ਕਿਉਂ? ਕਹਿੰਦੇ ਇਹਦੇ ਗਲ 'ਚ ਨਾ ਇੱਕ ਪਟਾ ਪਾਇਆ ਹੋਇਆ ਹੈ। ਮੈਂ ਕਿਹਾ ਫਿਰ? ਕਹਿੰਦਾ ਜਿਹੜੀ ਮੇਰੀ ਔਰ ਗਵਾਂਢੀ ਦੀ ਇਹ ਜਿਹੜੀ ਪਿੱਛੇ ਜ਼ਮੀਨ ਹੈ, ਇਹਦੇ ਵਿਚਕਾਰ ਇੱਕ ਤਾਰ ਦੱਬੀ ਹੋਈ ਹੈ ਬਿਜਲੀ ਦੀ। ਮੈਂ ਕਿਹਾ ਫਿਰ? ਕਹਿੰਦਾ ਜਦੋਂ ਕੁੱਤਾ ਇਹਦੇ ਹੱਦ ਤੇ ਆਉਂਦਾ ਹੈ ਨਾ, ਬਾਰਡਰ ਤੇ ਉਹਦਾ ਜਿਹੜਾ ਗਲ ਵਿੱਚ ਪਟਾ ਹੈ ਉਹਨੂੰ ਕਰੰਟ ਲੱਗਦਾ ਹੈ, ਉੱਥੋਂ ਮੁੜ ਜਾਂਦਾ ਹੈ। ਕਹਿੰਦਾ ਇਹਨੂੰ ਕ੍ਰਾਸ ਨਹੀਂ ਕਰੇਗਾ ਇਹ। ਚਲੋ ਠੀਕ ਹੈ ਜੀ, ਇੱਕ ਗੱਲ ਤੇ ਇਹ ਹੋ ਗਈ। ਦੂਜਾ, ਉਹ ਮੈਨੂੰ ਕਿਸੇ ਦਾ ਘਰ ਵਿਖਾਉਣ ਲਈ ਲੈ ਗਿਆ, ਬੜੇ ਅਮੀਰ ਸੀ। ਮਤਲਬ ਮੈਨੂੰ ਪੁੱਛਣਾ ਪਿਆ ਉਹਨਾਂ ਨੂੰ ਵੀ ਤੁਸੀਂ ਇਹ ਦੱਸੋ ਵੀ ਇਹ ਜਿਹੜੇ ਘਰ 'ਚ ਸਮਾਨ ਰੱਖਿਆ ਵੀ ਇਹ ਤੁਹਾਨੂੰ ਕਿੱਦਾਂ ਪਤਾ ਕਿਹੜੀ ਚੀਜ਼ ਕਿੱਥੇ ਰੱਖਣੀ ਹੈ? ਉਹ ਉਸ ਸਟੇਟ ਦਾ ਕੋਈ ਐਜੂਕੇਸ਼ਨ ਦਾ ਕੋਈ ਸੈਕਟਰੀ ਸੀ, ਜਿਵੇਂ ਡਾਇਰੈਕਟਰੀ ਸੈਕਟਰੀ ਹੁੰਦੇ ਨੇ ਨਾ, ਡਾਇਰੈਕਟਰ ਹੁੰਦੇ ਨੇ, ਇਸ ਰੈਂਕ ਦਾ ਸੈਕਟਰੀ ਸੀ ਕੋਈ ਐਜੂਕੇਸ਼ਨ ਡਿਪਾਰਟਮੈਂਟ ਦਾ। ਉਹਦਾ ਘਰ ਸੀ ਕਈ ਮਿਲੀਅਨ ਦਾ। ਹੁਣ ਉਹ ਆਪਣਾ ਘਰ ਵਿਖਾਉਂਦੇ ਵਿਖਾਉਂਦੇ ਮੈਨੂੰ ਬਾਹਰ ਵਿਹੜੇ 'ਚ ਲੈ ਗਏ ਤੇ ਓਪਨ 'ਚ ਟੀਵੀ ਲੱਗੇ ਹੋਏ। ਹੁਣ ਇਹ ਤੇ ਮੈਨੂੰ ਵੀ ਸਮਝ ਆ ਗਈ, ਅਸੀਂ ਸਕਰੀਨਾਂ ਦਰਬਾਰ ਸਾਹਿਬ ਵੀ ਲੱਗੀਆਂ ਨੇ, ਅਸੀਂ ਵੀ ਇੱਥੇ ਲਾਉਣ ਲੱਗੇ ਸੀ, ਨਹੀਂ ਚੱਲ ਸਕੀ ਸਾਡੀ ਗੱਲ। ਇਹ ਤੇ ਮੈਨੂੰ ਸਮਝ ਆ ਗਈ ਵੀ ਖੁੱਲ੍ਹੇ ਦੇ ਵਿੱਚ ਸਕਰੀਨ ਟੀਵੀ ਦੀ ਹੋ ਸਕਦੀ ਹੈ। ਤੇ ਮੈਂ ਕਿਹਾ ਜੀ ਗੁਆਂਢੀ ਇਤਰਾਜ਼ ਨਹੀਂ ਕਰਦੇ? ਤੁਸੀਂ ਓਪਨ ਥੀਏਟਰ ਬਣਾਇਆ ਹੈ ਤੇ ਜਦੋਂ ਟੀਵੀ ਚੱਲੇਗਾ ਤੇ ਆਵਾਜ਼ ਜਾਏਗੀ। ਕਹਿੰਦੇ ਗਿਆਨੀ ਜੀ ਗੁਆਂਢੀਆਂ ਦੇ ਘਰ ਆਵਾਜ਼ ਨਹੀਂ ਜਾ ਸਕਦੀ। ਮੈਂ ਕਿਵੇਂ? ਕਹਿੰਦੇ ਇਹਦੇ 'ਚ ਸੈਂਸਰ ਲਾਇਆ ਹੋਇਆ ਹੈ। ਮੇਰੇ ਲਈ ਦੋਵੇਂ ਗੱਲਾਂ ਨਵੀਆਂ ਸੀ। ਉਹਨਾਂ ਨੇ ਹਵਾ ਵੀ ਵੰਡੀ ਹੋਈ ਹੈ, ਚਲੋ ਜ਼ਮੀਨ ਤੇ ਵੰਡੀ ਲਈ, ਹਵਾ ਵੀ ਵੰਡ ਲਈ ਉਹਨਾਂ ਨੇ, ਪਰ ਕਿਸੇ ਦੀ ਹਿੰਮਤ ਹੈ ਸੂਰਜ ਨੂੰ ਵੰਡ ਲਵੇ? ਗੁਰੂ ਨਾਨਕ ਦੀ ਸ਼ੋਭਾ ਚੰਦਰਮਾ ਦੀ ਚਾਨਣੀ ਵਰਗੀ ਹੈ। ਕੋਈ ਆਵਾਜ਼ ਨੂੰ ਰੋਕ ਸਕਦਾ ਹੈ, ਕੋਈ ਜਾਨਵਰਾਂ ਨੂੰ ਰੋਕ ਸਕਦਾ ਹੈ, ਚੰਦਰਮਾ ਦੀ ਚਾਨਣੀ ਨੂੰ ਕੌਣ ਰੋਕੇਗਾ? ਵੇਖੋ ਕੈਸੀ ਵਡਿਆਈ ਕਵੀ ਭਾਈ ਸੰਤੋਖ ਸਿੰਘ ਨੇ ਕੀਤੀ ਹੈ ਕਿ ਗੁਰੂ ਨਾਨਕ ਦੇ ਪਿਤਾ ਜੀ ਦੀ ਮਹਿਮਾ ਕੀ ਹੈ ਕਿ ਕੀਰਤ ਹੋਏ ਰਹੀ ਜਿਤ ਹੀ, ਤਿਤ ਉਜਲ ਸੋਹਤ ਜੌਨ ਸਮਾਨਾ। ਹਾਂਜੀ। ਬੈਠੇ ਹੋਤੇ ਇੱਕ ਕਾਲ ਅਕੇਲੇ ਹੀ, ਤਾਂ ਛਿਨ ਸ੍ਰੀ ਮੁਖ ਬੈਨ ਬਖਾਨਾ। ਫਿਰ ਅੱਗੇ ਕਥਾ ਸ਼ੁਰੂ ਹੁੰਦੀ ਸੁਲਤਾਨਪੁਰ ਦੀ ਕਿ ਇੱਕ ਦਿਨ ਸਤਿਗੁਰੂ ਮੱਕੇ ਬੈਠੇ ਨੇ ਇਕਾਂਤ ਵਿੱਚ, ਇਕੱਲੇ ਬੈਠੇ ਬੈਠੇ ਕਹਿੰਦੇ ਮਰਦਾਨਿਆਂ ਸੁਸਾ ਨੇ ਯਾਦ ਕੀਤਾ ਹੈ, ਭੈਣ ਨੇ। ਸਾਸ, ਸੁਸਾ, ਸਸੁਰ, ਵੇਖੋ ਮਿਲਦੇ ਜੁਲਦੇ ਤਿੰਨ ਅੱਖਰ ਨੇ, ਤਿੰਨਾਂ ਦਾ ਅਰਥ ਵੱਖਰਾ ਹੈ। ਸਾਸ ਦਾ ਮਤਲਬ ਸੱਸ, ਸਸੁਰ ਦਾ ਮਤਲਬ ਸਹੁਰਾ, ਸੁਸਾ ਦਾ ਮਤਲਬ ਭੈਣ। ਕਹਿੰਦੇ ਭੈਣ ਬੇਬੇ ਨਾਨਕੀ ਨੇ ਯਾਦ ਕੀਤਾ ਹੈ, ਮਰਦਾਨਿਆਂ ਚੱਲੀਏ। ਅੱਜ ਸਮਾਂ ਸਮਾਪਤ ਹੈ, ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।